Hello, dear aspirant. I welcome you all in this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਜੋ ਆਪਾਂ ਹੈਗਾ ਮਟੀਰੀਅਲ ਜੋ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ ਸੋ ਦੈਟ ਤੁਸੀਂ ਜੋ ਵੀ ਐਗਜ਼ਾਮ ਹੈ ਜਿਹੜਾ ਪ੍ਰਪੇਅਰ ਕਰ ਰਹੇ ਹੋ ਚਾਹੇ ਉਹ ਕੋਈ ਸੈਂਟਰ ਲੈਵਲ ਦਾ ਐਗਜ਼ਾਮ ਹੋਵੇ ਜਾਂ ਫਿਰ ਆਪਣਾ ਕਹਿ ਸਟੇਟ ਲੈਵਲ ਦਾ ਐਗਜ਼ਾਮ ਹੋਵੇ ਉਹਦੇ ਵਿੱਚ ਜੇ ਤੁਹਾਡੇ ਕੋਈ ਇੰਗਲਿਸ਼ ਦਾ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਤਾਂ ਤੁਸੀਂ ਉਹਦੇ ਵਿੱਚ ਈਜ਼ੀਲੀ ਸਕੋਰ ਹੈ ਜਿਹੜਾ ਉਹ ਕਰ ਸਕੋ ਤੁਹਾਨੂੰ ਬਹੁਤ ਹੀ ਡਿਟੇਲ ਦੇ ਵਿੱਚ ਆਪਾਂ ਹਰ ਇੱਕ ਟੌਪਿਕ ਨੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਆਈ ਹੋਪ ਤੁਸੀਂ ਜਿਹੜਾ ਹੈਗਾ ਸੈਸ਼ਨ ਨੂੰ ਅਟੈਂਡ ਵੀ ਕੀਤਾ ਹੋਣਾ ਜਿੰਨੇ ਵੀ ਸੈਸ਼ਨ ਤੁਹਾਡੀ ਕਲਾਸਿਸ ਦੇ ਆਪਣੇ ਹੋਏ ਆ ਹਾਂਜੀ ਤੇ ਅੱਜ ਦੀ ਜਿਹੜੀ ਤੁਹਾਡੀ ਕਲਾਸ ਹੋਏਗੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਲਾਸਟ ਜਿਹੜੀ ਤੁਹਾਡੀ ਕਲਾਸ ਹੋਈ ਹੈ ਬॉयਜ਼ ਦੀ ਕਲਾਸ ਹੋਈ ਹੈ ਤੇ ਬॉयਜ਼ ਦੀ ਕਲਾਸ ਜਿਹੜੀ ਲਾਸਟ ਕਲਾਸ ਸੀ ਤੁਹਾਨੂੰ ਉਹਦੇ ਵਿੱਚ ਦੱਸਿਆ ਗਿਆ ਸੀ ਕਿ ਅਗਲਾ ਜਿਹੜਾ ਟੌਪਿਕ ਹੋਏਗਾ ਤੁਹਾਡਾ ਆਪਾਂ ਨਰੇਸ਼ਨ ਸਟਾਰਟ ਕਰਾਂਗੇ ਸੋ ਅੱਜ ਦੀ ਜਿਹੜੀ ਤੁਹਾਡੀ ਨਰੇਸ਼ਨ ਦੀ ਫਰਸਟ ਕਲਾਸ ਹੋਏਗੀ ਜੀ ਸਭ ਤੋਂ ਪਹਿਲਾਂ ਆਪਾਂ ਬੇਸਿਕਸ ਦੇਖਾਂਗੇ ਨਰੇਸ਼ਨ ਹੁੰਦਾ ਕੀ ਹੈ ਕਿੰਨੀਆਂ ਟਾਈਪਸ ਹੁੰਦੀਆਂ ਕਿਸ ਤਰੀਕੇ ਨਾਲ ਤੁਸੀਂ ਨਰੇਸ਼ਨ ਦੇ ਰੂਲਸ ਨੂੰ ਹੈ ਜਿਹੜਾ ਅਪਲਾਈ ਕਰਨਾ ਹੈ ਕਿਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਕਹ ਲਓ ਇੱਕ ਟਾਈਪ ਤੋਂ ਦੂਸਰੀ ਟਾਈਪ ਦੇ ਵਿੱਚ ਕਨਵਰਟ ਕਰਨਾ ਇਹ ਸਾਰਾ ਕੁਝ ਹੈ ਜਿਹੜਾ ਆਪਾਂ ਨਰੇਸ਼ਨ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਦੇਖਾਂਗੇ ਜੋ ਵੀ ਸਟੂਡੈਂਟ ਚੈਨਲ ਤੇ ਨਿਊ ਨੇ ਤਾਂ ਉਹਨਾਂ ਨੂੰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੈਕੰਡ ਤੁਸੀਂ ਬੈਲ ਆਈਕਨ ਨੂੰ ਪ੍ਰੈਸ ਕਰੋਗੇ ਤਾਂ ਜੋ ਤੁਹਾਡੇ ਕੋਲੇ ਜੋ ਵੀ ਨਵੀਂ ਵੀਡੀਓ ਤੁਹਾਨੂੰ ਅਪਲੋਡ ਹੁੰਦੀ ਹੈ ਚੈਨਲ ਦੇ ਉੱਤੇ ਤਾਂ ਉਹਦਾ ਨੋਟੀਫਿਕੇਸ਼ਨ ਮਿਲ ਜਾਏ ਤੇ ਤੁਸੀਂ ਕਲਾਸ ਹੈ ਜਿਹੜੀ ਅਟੈਂਡ ਕਰ ਸਕੋ ਤੇ ਆਪਣਾ ਟੌਪਿਕ ਹੈ ਜਿਹੜਾ ਉਹ ਕਲੀਅਰ ਕਰ ਸਕੋ ਥਰਡ ਆ ਜਾਂਦੀ ਹੈ ਜੀ ਆਪਣੇ ਕੋਲ ਇੱਕ ਟੈਲੀਗ੍ਰਾਮ ਗਰੁੱਪ ਹੈ ਜੋ ਆਪਣਾ ਬਣਿਆ ਹੋਇਆ ਜਿਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੁਹਾਨੂੰ ਲਿੰਕ ਹੈ ਜਿਹੜਾ ਉਹ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਤਾਂ ਟੈਲੀਗ੍ਰਾਮ ਗਰੁੱਪ ਜੁਆਇਨ ਕਰਨ ਦੇ ਲਈ ਤੁਹਾਡੇ ਕੋਲੇ ਜਿਹੜਾ ਹੈਗਾ ਬੇਸਿਕਲੀ ਇਹਦੇ ਬੈਨੀਫਿਟ ਕੀ ਹੋ ਜਾਣਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੀ ਜਾਂਦੀ ਹੈ ਸੈਕੰਡ ਆਪਣੇ YouTube ਦੇ ਉੱਤੇ ਹੋਣ ਵਾਲੇ ਹਰ ਇੱਕ ਸੈਸ਼ਨ ਦੇ ਕਲਾਸ ਨੋਟਸ ਨੇ ਜਿਹੜੇ ਪੀਪੀਟੀ ਫਾਰਮੈਟ ਦੇ ਉੱਤੇ ਤੁਹਾਨੂੰ ਟੈਲੀਗ੍ਰਾਮ ਗਰੁੱਪ ਤੇ ਸ਼ੇਅਰ ਕੀਤੇ ਜਾਂਦੇ ਆ ਜਿਹੜੇ ਤੁਸੀਂ ਲੈ ਸਕਦੇ ਹੋ ਉਹਨਾਂ ਨੂੰ ਪ੍ਰਿੰਟ ਆਊਟ ਵੀ ਕਰਵਾ ਸਕਦੇ ਹੋ ਸੈਕੰਡ ਤੁਸੀਂ ਆਪਣੀ ਰਿਵੀਜ਼ਨ ਵੀ ਹੈ ਜਿਹੜੀ ਈਜ਼ੀਲੀ ਲੈ ਸਕਦੇ ਥਰਡ ਆਪਣੇ ਕੋਲ ਆ ਜਾਂਦਾ ਜੀ ਤੁਹਾਡੇ ਲਈ ਪੋਸਟ ਦੇ ਕੁਇਜ਼ ਨੇ ਜਿਹੜੇ ਉਹ ਤਿਆਰ ਕੀਤੇ ਜਾਂਦੇ ਸੋ ਦੈਟ ਤੁਸੀਂ ਆਪਣੀ ਪ੍ਰੈਪਰੇਸ਼ਨ ਚੰਗੇ ਤਰੀਕੇ ਨਾਲ ਕਰ ਸਕੋ ਸੋ ਉਹ ਵੀ ਹੈ ਜਿਹੜਾ ਤੁਸੀਂ ਪਾਰਟਿਸਿਪੇਟ ਜ਼ਰੂਰ ਕਰਨਾ ਹੈ ਤੇ ਉਹਨਾਂ ਨੂੰ ਅਟੈਂਡ ਕਰਨਾ ਹੈ ਇਹਦੇ ਨਾਲ ਜਿਹੜਾ ਹੈ ਤੁਹਾਡੇ ਕੋਲ ਟੈਲੀਗ੍ਰਾਮ ਗਰੁੱਪ ਦੇ ਬੈਨੀਫਿਟ ਹੈ ਜਿਹੜੇ ਤੁਹਾਡੇ ਉਹ ਤੁਸੀਂ ਲੈ ਸਕਦੇ ਹਾਂਜੀ ਜਿਹੜਾ ਆਪਣਾ ਲਿੰਕ ਤੁਹਾਨੂੰ ਦੱਸ ਦਿੱਤਾ ਗਿਆ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਤੁਹਾਨੂੰ ਮਿਲ ਜਾਏਗਾ ਉੱਥੇ ਤੁਸੀਂ ਇਸ ਗਰੁੱਪ ਜਿਹੜਾ ਉਹ ਜੁਆਇਨ ਕਰਨਾ ਹੈ ਤਾਂ ਦੇਖਾਂਗੇ ਹੁਣ ਆਪਣੀ ਫੋਰਥ ਕਲਾਸ ਹੈ ਜਨਰੇਸ਼ਨ ਦੀ ਜਿਵੇਂ ਤੁਹਾਨੂੰ ਦੱਸਿਆ ਗਿਆ ਤੇ ਇਹ ਆਪਣਾ ਗ੍ਰਾਮਰ ਦਾ ਲਾਸਟ ਟੌਪਿਕ ਆਪਾਂ ਕਹਿ ਸਕਦੇ ਹੋ ਸਕਦਾ ਤਾਂ ਬॉयਜ਼ ਤੋਂ ਬਾਅਦ ਜਿਹੜਾ ਆਪਣੇ ਕੋਲੇ ਲਾਸਟ ਟੌਪਿਕ ਜੋ ਆਪਣਾ ਰਹਿ ਗਿਆ ਸੀ ਉਹ ਹੈ ਜਨਰੇਸ਼ਨ ਤਾਂ ਨਰੇਸ਼ਨ ਹੁੰਦਾ ਕੀ ਹੈ ਕੀ ਟਾਈਪ ਨੇ ਇਹਦੀਆਂ 1 ਬਾਈ 1 ਆਪਾਂ ਡਿਸਕਸ ਕਰਾਂਗੇ ਹਾਂਜੀ ਤਾਂ ਸਟਾਰਟ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਸਭ ਤੋਂ ਪਹਿਲਾਂ ਦੇਖੋ ਜੀ ਨਰੇਸ਼ਨ ਦੀ ਡੈਫੀਨੇਸ਼ਨ ਤਾਂ ਨਰੇਸ਼ਨ ਹੁੰਦਾ ਕੀ ਹੈ ਬੇਸਿਕਲੀ ਤੁਸੀਂ ਨਰੇਟਰ ਵਰਡ ਸੁਣਿਆ ਹੋਣਾ ਨਰੇਟ ਵਰਡ ਸੁਣਿਆ ਹੋਣਾ ਤੇ ਨਰੇਸ਼ਨ ਵਰਡ ਕੀ ਹੁੰਦਾ ਜੀ ਨਰੇਸ਼ਨ ਮੀਨਿੰਗ ਕੀ ਹੈ ਇਹਦਾ ਕਿਵੇਂ ਹੈ ਜਿਹੜਾ ਇਹ ਵਾਲਾ ਆਪਾਂ ਕਿਵੇਂ ਯੂਜ਼ ਕਰਾਂਗੇ ਕਿਸ ਤਰੀਕੇ ਨਾਲ ਜਿਹੜਾ ਇਹਦਾ ਯੂਜ਼ ਕੀਤਾ ਜਾਂਦਾ ਹੈ ਸਾਰਾ ਕੁਝ ਜਿਹੜਾ ਆਪਾਂ ਦੇਖਾਂਗੇ ਹਾਂਜੀ ਤਾਂ ਦੇਖੋ ਸਭ ਤੋਂ ਪਹਿਲਾਂ ਨਰੇਸ਼ਨ ਕੀ ਚੀਜ਼ ਹੈ ਤਾਂ ਨਰੇਸ਼ਨ refers to the act or process of telling a story or recounting events often through spoken or a written language ਤਾਂ ਕਹਿੰਦੇ ਜਿਹੜਾ ਨਰੇਸ਼ਨ ਹੈ ਉਹ ਕੀ ਹੈ ਆਪਣੇ ਕੋਲ ਇੱਕ ਐਕਟ ਹੁੰਦਾ ਹੈ ਜਾਂ ਫਿਰ ਪ੍ਰੋਸੈਸ ਹੁੰਦਾ ਹੈ ਕਿਹੜੀ ਚੀਜ਼ ਦਾ ਕਿਸੇ ਸਟੋਰੀ ਨੂੰ ਦੱਸਣ ਦਾ ਜਾਂ ਫਿਰ ਇਵੈਂਟਸ ਨੂੰ ਰਿਕਾਊਂਟ ਕਰਨ ਦਾ ਕਾਊਂਟਿੰਗ ਕਰਨ ਦਾ ਵੀ ਇਵੈਂਟ ਕਿਵੇਂ ਕਿਵੇਂ ਹੋ ਚੱਲੇ ਹਨਾ ਸੈਕਿੰਡ ਆਪਣੇ ਕੋਲ ਆ ਜਾਂਦਾ ਜੀ ਇਹ ਤੁਹਾਡੇ ਕੋਲ ਦੋ ਟਾਈਪ ਦੇ ਵਿੱਚ ਹੋ ਸਕਦਾ ਇੱਕ ਤਾਂ ਤੁਸੀਂ ਸਪੋਕਨ ਦੇ ਵਿੱਚ ਕਹਿ ਸਕਦੇ ਹੋ ਸੈਕਿੰਡ ਇਹ ਰਿਟਨ ਦੇ ਵਿੱਚ ਵੀ ਹੋ ਸਕਦਾ ਰਿਟਨ ਦੇ ਵਿੱਚ ਵੀ ਤੁਹਾਡੇ ਕੋਲੇ ਲਿਖਿਆ ਵੀ ਹੋ ਸਕਦਾ ਤੇ ਸੈਕੰਡ ਤੁਸੀਂ ਸਪੋਕਨ ਦੇ ਵਿੱਚ ਵੀ ਐਡਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਜਿਵੇਂ ਆਪਾਂ ਕਹਿੰਦੇ ਡਾਇਲੌਗ ਹੁੰਦੇ ਆਪਣੇ ਆਪਾਂ ਕੁਝ ਬੋਲਦੇ ਆ ਤਾਂ ਅੱਗੇ ਵਾਲਾ ਜਿਹੜਾ ਉਹਨੂੰ ਸੁਣਦਾ ਤਾਂ ਉਹ ਚੀਜ਼ ਬੇਸਿਕਲੀ ਹੁੰਦੀ ਕਿ ਆਪਾਂ ਜਿਹੜਾ ਡਾਇਲੌਗ ਬੋਲ ਰਹੇ ਉਹ ਨਰੇਸ਼ਨ ਹੀ ਹੈ ਨਰੇਸ਼ਨ ਹੀ ਹੁੰਦਾ ਤਾਂ ਹੁਣ ਅੱਗੇ ਜਿਹੜਾ ਦੇਖਾਂਗੇ ਆਪਾਂ ਸਿੰਪਲ ਜੀ ਇੱਕ ਬੇਸਿਕ ਜੀ ਡੈਫੀਨੇਸ਼ਨ ਦੇਖੋ ਜੀ ਤਾਂ ਨਰੇਸ਼ਨ ਨੂੰ ਬੇਸਿਕਲੀ ਜੇ ਸਿੰਪਲ ਲੈਂਗੁਏਜ ਦੇ ਵਿੱਚ ਆਪਾਂ ਡਿਫਾਈਨ ਕਰਨਾ ਹੋਵੇ ਤਾਂ ਵਾਟ ਇਜ਼ ਨਰੇਸ਼ਨ ਨਰੇਸ਼ਨ ਇਜ਼ ਦ ਡਿਸਕ੍ਰਿਪਸ਼ਨ ਆਫ ਇਵੈਂਟਸ ਦਾ ਇਵੈਂਟਸ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਕਿ ਇਵੈਂਟਸ ਕੀ ਨੇ ਕਿਸ ਤਰੀਕੇ ਨਾਲ ਕੰਮ ਕੋਈ ਹੋ ਰਿਹਾ ਹੈ ਤਾਂ ਉਹ ਚੀਜ਼ ਨੂੰ ਡਿਸਕ੍ਰਾਈਬ ਕਰਨ ਵਾਲੇ ਜਿਹੜੇ ਆਪਣੇ ਕੋਲੇ ਸੈਂਟੈਂਸਸ ਹੁੰਦੇ ਉਹਨਾਂ ਨੂੰ ਆਪਾਂ ਨਰੇਸ਼ਨ ਹੈ ਜਿਹੜਾ ਉਹ ਕਹਿ ਦਿੰਦੇ ਹਾਂ ਹਾਂਜੀ ਤਾਂ ਦੋ ਤੁਹਾਡੇ ਕੋਲੇ ਵਰਡਸ ਆ ਜਾਂਦੇ ਇੱਕ ਤਾਂ ਹੁੰਦਾ ਨਰੇਟ ਇੱਕ ਹੁੰਦਾ ਨਰੇਟਰ ਤਾਂ ਦੋਵਾਂ ਚ ਕੀ ਡਿਫਰੈਂਸ ਹੈ ਟੂ ਨਰੇਟ ਦਾ ਮਤਲਬ ਹੁੰਦਾ ਟੂ ਡਿਸਕ੍ਰਾਈਬ ਇਵੈਂਟਸ ਨੂੰ ਡਿਸਕ੍ਰਾਈਬ ਕਰਨ ਦਾ ਪ੍ਰੋਸੈਸ ਟੂ ਨਰੇਟ ਸੈਕਿੰਡ ਤੁਹਾਡੇ ਕੋਲੇ ਨਰੇਟਰ ਕਿਹਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਜਿਹੜਾ ਪਰਸਨ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰ ਰਿਹਾ ਹੁਣ ਨਰੇਸ਼ਨ ਤੁਹਾਨੂੰ ਦੱਸਿਆ ਕਿ ਇਹ ਆਪਣੀ ਇਵੈਂਟਸ ਦੀ ਡਿਸਕ੍ਰਿਪਸ਼ਨ ਹੁੰਦੀ ਹੈ ਹੁਣ ਟੂ ਨਰੇਟ ਮਤਲਬ ਤੁਸੀਂ ਜਿਹੜੀ ਡਿਸਕ੍ਰਿਪਸ਼ਨ ਹੈ ਜਿਹੜੀ ਦੇ ਰਹੇ ਹੋ ਤਾਂ ਉਹਨੂੰ ਕੀ ਕਿਹਾ ਜਾਏਗਾ ਨਰੇਟ ਕਰਨਾ ਟੂ ਨਰੇਟ ਸੈਕਿੰਡ ਤੁਹਾਡੇ ਕੋਲ ਜਿਹੜਾ ਪਰਸਨ ਦੇ ਰਿਹਾ ਕਿਉਂਕਿ ਹੁਣ ਕੋਈ ਨਾ ਕੋਈ ਜਿਹੜੀ ਵੀ ਇਵੈਂਟ ਹੈ ਜਾਂ ਤਾਂ ਲਿਖ ਕੇ ਜਾਂ ਫਿਰ ਬੋਲ ਕੇ ਕਿਸੇ ਪਰਸਨ ਦੁਆਰਾ ਹੀ ਦਿੱਤੀ ਜਾਊਗੀ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ ਜੀ ਨਰੇਟਰ ਤਾਂ ਉਹ ਪਰਸਨ ਜਿਹੜਾ ਕਿ ਉਹ ਵਾਲੀ ਚੀਜ਼ ਨੂੰ ਸਪੀਚ ਨੂੰ ਬੋਲ ਰਿਹਾ ਤਾਂ ਉਹਨੂੰ ਕਿਹਾ ਜਾਂਦਾ ਹੈ ਨਰੇਟਰ ਤਾਂ ਬੇਸਿਕਲੀ ਇਹ ਤੁਹਾਡੀ ਨਰੇਸ਼ਨ ਦੀ ਡੈਫੀਨੇਸ਼ਨ ਹੋ ਜਾਂਦੀ ਹੈ ਆਈ ਤੁਹਾਨੂੰ ਕਲੀਅਰ ਹੋ ਗਈ ਹੋਏਗੀ ਤਾਂ ਨਰੇਸ਼ਨ ਕੀ ਹੈ ਬੇਸਿਕਲੀ ਇਹ ਹੁੰਦਾ ਜੀ ਆਪਣੇ ਕੋਲੇ the act or process of telling a story or recounting events the simple language ਦੇ ਵਿੱਚ description of events ਹੈ ਜਿਹੜਾ ਆਪਾਂ narration ਦੀ definition ਦੇ ਵਿੱਚ ਲੈ ਲੈਂਦੇ ਹਾਂ to narrate and narrator ਦੇ ਵਿੱਚ ਡਿਫਰੈਂਸ ਹੈ ਜਿਹੜਾ ਤੁਹਾਨੂੰ ਕਰਵਾ ਦਿੱਤਾ ਗਿਆ ਹਾਂਜੀ ਤਾਂ ਅੱਗੇ ਆ ਜਾਂਦੀ ਆਪਣੀਆਂ ਨਰੇਸ਼ਨ ਦੀਆਂ ਟਾਈਪਸ ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਨਰੇਸ਼ਨ ਦੀਆਂ ਕਿੰਨੀਆਂ ਟਾਈਪਸ ਨੇ ਆਪਣੇ ਕੋਲੇ ਨਰੇਸ਼ਨ ਦੀਆਂ ਸਿਰਫ ਦੋ ਟਾਈਪ ਆ ਜਾਂਦੀਆਂ ਇੱਕ ਹੁੰਦੀ ਹੈ ਡਾਇਰੈਕਟ ਨਰੇਸ਼ਨ ਇੱਕ ਹੁੰਦੀ ਹੈ ਆਪਣੇ ਕੋਲੇ ਇਨਡਾਇਰੈਕਟ ਨਰੇਸ਼ਨ ਜਿਵੇਂ ਆਪਾਂ ਵੌਇਸ ਕੀਤਾ ਸੀ ਵੌਇਸ ਦੇ ਵਿੱਚ ਤੁਹਾਨੂੰ ਦੋ ਟਾਈਪ ਕਰਵਾਈਆਂ ਗਈਆਂ ਸੀ ਦੋ ਟਾਈਪ ਕਿਹੜੀਆਂ ਸੀ ਜੀ ਵੌਇਸ ਦੀਆਂ ਐਕਟਿਵ ਵੌਇਸ ਐਂਡ ਪੈਸਿਵ ਵੌਇਸ ਸੇਮ ਹੀ ਤੁਹਾਡੇ ਕੋਲੇ ਆਪਣੇ ਕੋਲੇ ਨਰੇਸ਼ਨ ਦੀਆਂ ਦੋ ਟਾਈਪ ਨੇ ਇੱਕ ਡਾਇਰੈਕਟ ਨਰੇਸ਼ਨ ਹੈ ਸੈਕੰਡ ਆਪਣੇ ਕੋਲੇ ਇਨਡਾਇਰੈਕਟ ਨਰੇਸ਼ਨ ਹੈ ਤੁਹਾਡੇ ਕੋਲੇ ਕੋਈ ਸੈਂਟੈਂਸ ਦਿੱਤਾ ਹੋ ਸਕਦਾ ਡਾਇਲੌਗ ਦਿੱਤਾ ਹੋ ਸਕਦਾ ਉਹ ਡਾਇਰੈਕਟ ਹੋ ਸਕਦਾ ਤੁਹਾਨੂੰ ਇਨਡਾਇਰੈਕਟ ਬਣਾਉਣ ਲਈ ਕਿਹਾ ਜਾ ਸਕਦਾ ਇਨਡਾਇਰੈਕਟ ਹੋ ਸਕਦਾ ਤੁਹਾਨੂੰ ਡਾਇਰੈਕਟ
ਪੁੱਛਿਆ ਜਾ ਸਕਦਾ ਹੈ। ਸੋ ਇਸ ਟਾਈਪ ਨਾਲ ਜਿਹੜੇ ਤੁਹਾਡੇ ਕੁਐਸਚਨ ਹੈ ਜਿਹੜੇ ਇਸ ਟੌਪਿਕ ਦੇ ਵਿੱਚੋਂ ਬਣਦੇ ਆ। ਹੁਣ ਆਪਾਂ ਦੇਖਾਂਗੇ ਵਨ ਬਾਏ ਵਨ ਇਹਦੇ ਰੂਲਸ ਕਿਸ ਤਰੀਕੇ ਨਾਲ ਆਪਾਂ ਇਹਨੂੰ ਕਰਨਾ ਹੈ। ਸਭ ਤੋਂ ਪਹਿਲਾਂ ਦੇਖਾਂਗੇ ਡਾਇਰੈਕਟ ਨਰੇਸ਼ਨ ਹੁੰਦਾ ਕੀ ਹੈ, ਇਨਡਾਇਰੈਕਟ ਸਪੀਚ ਕੀ ਹੁੰਦੀ ਹੈ। ਤਾਂ ਬੇਸਿਕਲੀ ਡਾਇਰੈਕਟ ਸਪੀਚ ਐਂਡ ਇਨਡਾਇਰੈਕਟ ਸਪੀਚ ਹੈ ਜਿਹੜਾ ਆਪਾਂ ਇਹਨੂੰ ਕਹਿ ਦਿੰਦੇ ਹਾਂ। ਹਾਂਜੀ, ਤਾਂ ਦੇਖੋ ਡਾਇਰੈਕਟ ਸਪੀਚ ਮਤਲਬ ਡਾਇਰੈਕਟਲੀ ਕਿਸੇ ਨੂੰ ਕੁਝ ਕਹਿ ਰਹੇ ਹੋ ਤਾਂ ਤੁਸੀਂ ਉੱਥੇ ਡਾਇਰੈਕਟ ਸਪੀਚ ਦਾ ਗੱਲ ਕਰੋਗੇ। ਦੇਖੋ ਜੀ ਆਪਣੀ ਡੈਫੀਨੇਸ਼ਨ ਕੀ ਲਿਖੀ ਹੋਈ ਹੈ, when the spoken words are presented in the same way without any changes is it is called direct speech। ਕਹਿੰਦੇ ਜਿਵੇਂ ਤੁਹਾਨੂੰ ਕੋਈ ਚੀਜ਼ ਦੱਸਦੀ ਤੁਸੀਂ ਸੇਮ ਜਾ ਕੇ ਜਿਹੜੀ ਦੂਸਰੇ ਨੂੰ ਦੱਸਦੀ ਤਾਂ ਉਹ ਚੀਜ਼ ਦੇ ਵਿੱਚ ਕੋਈ ਚੇਂਜ ਨਹੀਂ ਕੀਤਾ ਤੁਸੀਂ, ਤਾਂ ਉਹ ਕੀ ਹੋਏਗੀ, ਤੁਹਾਡੀ ਡਾਇਰੈਕਟ ਸਪੀਚ ਹੋਏਗੀ। ਫॉर एग्जांपल ਜਿਵੇਂ ਤੁਹਾਨੂੰ ਐਗਜ਼ਾਮਪਲ ਦਿੱਤੀ ਗਈ ਹੈ, he said I am very happy। ਹੁਣ ਮੈਂ ਕਿਹਾ ਕਿਸੇ ਨੇ ਤੁਹਾਨੂੰ ਕਿਹਾ ਵੀ ਮੈਂ ਜਿਹੜਾ ਬਹੁਤ ਖੁਸ਼ ਹਾਂ, ਤੁਸੀਂ ਅੱਗੇ ਜਾ ਕੇ ਵੀ ਉਹਨੂੰ ਕਿਸੇ ਦੂਜੇ ਪਰਸਨ ਨੂੰ ਕਹੋਗੇ ਵੀ ਕਹਿੰਦੇ ਉਹਨੇ ਕਿਹਾ ਉਹ ਮੈਂ ਬਹੁਤ ਖੁਸ਼ ਹਾਂ, ਤਾਂ ਉਹ ਜਿਹੜਾ ਮੈਂ ਬਹੁਤ ਖੁਸ਼ ਹਾਂ ਵਰਡ ਹੈ ਤੁਹਾਡੇ ਕੋਲ ਇਹ ਡਾਇਰੈਕਟ ਸਪੀਚ ਹੈ। ਹੁਣ ਤੁਸੀਂ ਆਏ ਨਹੀਂ ਕਿਹਾਗਾ ਕਿ ਉਸਨੇ ਕਿਹਾ ਕਿ ਉਹ ਬਹੁਤ ਖੁਸ਼ ਹੈ, ਨਹੀਂ, ਤੁਸੀਂ ਕੋਈ ਚੇਂਜ ਨਹੀਂ ਕੀਤਾ, ਤੁਸੀਂ ਕਿਹਾ ਉਹ ਬਹੁਤ ਖੁਸ਼ ਹੈ, ਨਹੀਂ, ਇੱਥੇ ਤੁਸੀਂ ਯੂਜ਼ ਕੀਤਾ ਵੀ ਉਹਨੇ ਕਿਹਾ ਮੈਂ ਬਹੁਤ ਖੁਸ਼ ਹਾਂ, ਤਾਂ ਉਹ ਮੈਂ ਹੀ ਵਰਡ ਤੁਸੀਂ ਯੂਜ਼ ਕੀਤਾ ਜਿਹੜਾ ਕਿ ਆਪਣੇ ਪਹਿਲਾਂ ਵਾਲੇ ਪਰਸਨ ਨੇ ਪਹਿਲੇ ਪਰਸਨ ਨੇ ਜਿਹਨੇ ਤੁਹਾਨੂੰ ਕਿਹਾ ਸੀ ਉਹਨੇ ਯੂਜ਼ ਕੀਤਾ ਸੀ, ਮਤਲਬ ਤੁਸੀਂ ਕੋਈ ਚੇਂਜ ਨਹੀਂ ਕਰ ਰਹੇ ਸਪੀਚ ਦੇ ਵਿੱਚ, ਕੋਈ ਚੇਂਜ ਨਹੀਂ ਕੀਤਾ। ਜਿਵੇਂ ਉਹਨੇ ਕਿਹਾ ਤੁਸੀਂ ਅੱਗੇ ਜਾ ਕੇ ਅਗਲੇ ਨੂੰ ਫਾਰਵਰਡ ਕਰਤਾ, ਤਾਂ ਉਹ ਵਾਲੀ ਚੀਜ਼ ਤੁਹਾਡੀ ਡਾਇਰੈਕਟ ਸਪੀਚ ਦੇ ਵਿੱਚ ਆ ਜਾਂਦੀ ਹੈ। ਡਾਇਰੈਕਟਲੀ ਕਿਸੇ ਚੀਜ਼ ਨੂੰ ਸੇਮ ਟੂ ਸੇਮ ਜਿਹੜਾ ਤੁਸੀਂ ਬੋਲਦੇ ਹੋ ਤਾਂ ਉਹ ਡਾਇਰੈਕਟ ਸਪੀਚ ਹੈ। ਹਾਂਜੀ, ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਈ ਹੋਏਗੀ। ਬਾਕੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਕਿਸੇ ਵੀ ਪਰਸਨ ਦੀ ਕਿਸੇ ਦੀ ਕੋਈ ਰਾਈਟਿੰਗ ਲਿਖੀ ਹੋਈ ਹੈ ਜਾਂ ਕੋਈ ਨਾ ਕੋਈ ਡਾਇਲੌਗ ਕਿਸੇ ਨੇ ਲਿਖਿਆ ਹੋਇਆ, ਤਾਂ ਬੇਸਿਕਲੀ ਕੋਟਸ ਵਗੈਰਾ ਹੁੰਦੀਆਂ ਨੇ ਤਾਂ ਆਪਾਂ ਲਿਖਦੇ ਹੁੰਦੇ ਹਾਂ ਵੀ ਇਹ ਰਾਈਟਰ ਨੇ ਲਿਖਿਆ ਹੈ, ਤਾਂ ਉਹੀ ਜਿਹੜੀ ਕੋਟ ਹੁੰਦੀ ਹੈ ਸੇਮ ਟੂ ਸੇਮ ਆਪਾਂ ਚੇਪ ਦਿੰਦੇ ਹੁੰਦੇ ਹਾਂ, ਤਾਂ ਉਹੀ ਸੇਮ ਚੀਜ਼ ਹੈ ਜਿਹੜੀ ਤੁਹਾਡੀ ਡਾਇਰੈਕਟ ਸਪੀਚ ਹੁੰਦੀ ਹੈ ਜੀ। ਅੱਗੇ ਜਿਹੜੀ ਤੁਹਾਡੇ ਕੋਲ ਟਾਈਪ ਹੈ ਦੈਟ ਇਜ਼ ਇਨਡਾਇਰੈਕਟ ਸਪੀਚ। ਹੁਣ ਇਨਡਾਇਰੈਕਟ ਕੀ ਹੋਗੀ, ਜਦੋਂ ਤੁਸੀਂ ਕਿਸੇ ਚੀਜ਼ ਦੇ ਵਿੱਚ ਚੇਂਜਸ ਕਰਦੇ ਨੇ ਆਪਣੇ ਅਕੋਰਡਿੰਗ ਉਹਨੂੰ ਮੋਲਡ ਕਰਕੇ ਤੁਸੀਂ ਅੱਗੇ ਜਿਹੜੀ ਹੈਗੇ ਦੱਸਦੇ ਨੇ, ਤੁਹਾਨੂੰ ਇਨਡਾਇਰੈਕਟ ਸਪੀਚ ਕਿਹਾ ਜਾਂਦਾ ਹੈ। ਦੇਖਦੇ ਹਾਂ ਡੈਫੀਨੇਸ਼ਨ, when the spoken words are presented by you in your own words। ਤਾਂ ਕਹਿੰਦੇ ਜਿਹੜੇ ਤੁਹਾਡੇ ਕੋਲ ਸਪੋਕਨ ਵਰਡਸ ਨੇ ਜਦੋਂ ਤੁਸੀਂ ਆਪਦੇ ਲੈਂਗੁਏਜ ਦੇ ਵਿੱਚ ਆਪਣੇ ਵਰਡਸ ਦੇ ਵਿੱਚ ਜਦੋਂ ਦੂਸਰੇ ਨੂੰ ਦੱਸਦੇ ਹੋ ਤਾਂ ਉਹਨੂੰ ਕੀ ਕਿਹਾ ਜਾਂਦਾ ਹੈ, ਇਨਡਾਇਰੈਕਟ ਸਪੀਚ ਹੈ ਜਿਹੜਾ ਤੁਹਾਡਾ ਕਿਹਾ ਜਾਂਦਾ ਹੈ। ਤਾਂ ਇਨਡਾਇਰੈਕਟ ਸਪੀਚ ਮਤਲਬ ਅਸਿੱਧੇ ਤਰੀਕੇ ਨਾਲ ਜਿਹੜੀ ਤੁਸੀਂ ਚੀਜ਼ ਹੈ ਜਿਹੜੀ ਜਾ ਕੇ ਦੂਸਰੇ ਨੂੰ ਦੱਸੀ ਹੈ, ਸੋ ਇਟ ਵਿਲ ਬੀ ਇਨਡਾਇਰੈਕਟ ਸਪੀਚ। ਐਗਜ਼ਾਮਪਲ ਜਿਵੇਂ ਆਪਣੇ ਕੋਲ ਆ ਜਾਂਦੀ ਹੈ, ਆਪਾਂ ਫਰਸਟ ਸੈਂਟੈਂਸ ਕੀਤਾ ਹੈ, he said I am very ਹੈਪੀ, ਤਾਂ ਇਹ ਤੁਹਾਡੀ ਡਾਇਰੈਕਟ ਸਪੀਚ ਸੀ। ਡਾਇਰੈਕਟ ਕਿਵੇਂ ਹੋਈ, ਬਿਕੋਜ਼ ਜਿਵੇਂ ਉਹਨੇ ਕਿਹਾ ਆਪਾਂ ਜਾ ਕੇ ਸੇਮ ਟੂ ਸੇਮ ਦੂਸਰੇ ਨੂੰ ਦੱਸਦਾ ਨਾ, ਤਾਂ ਉਹ ਡਾਇਰੈਕਟ ਸਪੀਚ ਹੋ ਜਾਂਦੀ, ਕੋਈ ਚੇਂਜ ਨਹੀਂ ਕੀਤਾ। ਸੈਕੰਡ ਹੁਣ ਦੇਖੋ, ਹੁਣ ਇਹ ਇਸੇ ਚੀਜ਼ ਨੂੰ ਆਪਾਂ ਇਨਡਾਇਰੈਕਟ ਦੇ ਵਿੱਚ ਕਿਵੇਂ ਲਿਖਿਆ, ਤਾਂ ਹੀ ਸੈਡ ਦੈਟ ਹੀ ਵਾਸ ਵੈਰੀ ਹੈਪੀ। ਉਹਨੇ ਕਿਹਾ ਕਿ ਉਹ ਬਹੁਤ ਖੁਸ਼ ਸੀ, ਤਾਂ ਹੁਣ ਇਹ ਵਾਲੀ ਚੀਜ਼ ਜਿਹੜੀ ਤੁਹਾਡੇ ਕੋਲ ਆ ਜਾਂਦੀ ਇਨਡਾਇਰੈਕਟ ਦੇ ਵਿੱਚ ਆ ਜਾਂਦੀ ਹੈ। ਹੁਣ ਇਹਨਾਂ ਦੇ ਵਿੱਚ ਡਿਫਰੈਂਸ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਡਾਇਰੈਕਟ ਤੇ ਇਨਡਾਇਰੈਕਟ ਸਪੀਚ ਦੇ ਵਿੱਚ ਬਿਗੇਸਟ ਡਿਫਰੈਂਸ ਤੁਹਾਡੇ ਕੋਲ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ ਕਿ ਕੀ ਹੁੰਦਾ, ਕਿੱਥੋਂ ਪਤਾ ਲੱਗਦਾ ਵੀ ਕੋਈ ਸਪੀਚ ਡਾਇਰੈਕਟ ਦਿੱਤੀ ਗਈ ਹੈ ਜਾਂ ਇਨਡਾਇਰੈਕਟ ਦਿੱਤੀ ਹੈ। ਤਾਂ ਸਾਡੇ ਤੁਹਾਡੇ ਕੋਲ ਜਿਹੜੇ ਇਨਵਰਟਡ ਕੌਮਾਸ ਹੁੰਦੇ ਆ, ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੇ ਕੋਲ ਕੋਈ ਵੀ ਡਾਇਰੈਕਟ ਸਪੀਚ ਹੋਊਗੀ ਤਾਂ ਉਹਦੇ ਵਿੱਚ ਤੁਹਾਨੂੰ ਕੀ ਦਿੱਤੇ ਹੋਣਗੇ, ਇਨਵਾਈਟਡ ਕਾਮਾਸ ਦੇ ਵਿੱਚ ਜਿਹੜੀ ਗੱਲ ਕੀਤੀ ਹੋਏਗੀ, ਤਾਂ ਉਸ ਤੋਂ ਪਹਿਲਾਂ ਵਾਲਾ ਇੱਕ ਪਾਰਟ ਹੋਏਗਾ, ਇੱਕ ਤੁਹਾਡਾ ਕੋਲੇ ਇਨਵਾਈਟਡ ਕਾਮਾਸ ਦੇ ਵਿੱਚ ਜਿਹੜਾ ਹੈਗਾ ਕਹ ਲਓ ਆਪਾਂ ਕਲੋਜ਼ ਕੀਤਾ ਹੋਇਆ ਪਾਰਟ ਹੋਏਗਾ। ਤਾਂ ਇਸ ਤਰੀਕੇ ਨਾਲ ਦੋ ਪਾਰਟ ਚੱਲਦੇ ਹੁੰਦੇ ਤੁਹਾਡੇ ਕੋਲੇ ਜਦੋਂ ਆਪਾਂ ਡਾਇਰੈਕਟ ਸਪੀਚ ਦੀ ਗੱਲ ਕਰਦੇ ਹਾਂ। ਬਟ ਜਦੋਂ ਇਨਡਾਇਰੈਕਟ ਸਪੀਚ ਆਪਣੇ ਕੋਲੇ ਆ ਜਾਂਦੀ ਹੈ ਤਾਂ ਇਨਡਾਇਰੈਕਟ ਸਪੀਚ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ। ਇਨਡਾਇਰੈਕਟ ਸਪੀਚ ਦੇ ਵਿੱਚ ਤੁਹਾਡੇ ਕੋਲੇ ਸਿੰਪਲ ਸੈਂਟੈਂਸ ਚੱਲਦਾ ਹੈ, ਜਿਵੇਂ ਆਪਾਂ ਕਹ ਲਓ ਕੋਈ ਵੀ ਸੈਂਟੈਂਸ ਜਿਵੇਂ ਆਪਾਂ ਪਿੱਛੇ ਬਣਾਇਆ, ਹੀ ਸੈਡ ਹੀ ਵਾਸ ਵੈਰੀ ਦੈਟ ਹੀ ਵਾਸ ਵੈਰੀ ਹੈਪੀ, ਤਾਂ ਤੁਹਾਡੀ ਇਨਡਾਇਰੈਕਟ ਸਪੀਚ ਸੀ, ਤਾਂ ਉਹਦੇ ਵਿੱਚ ਇਨਵਾਈਟਡ ਕਾਮਾਸ ਨੇ ਜਿਹੜੇ ਉਹ ਨਹੀਂ ਹੁੰਦੇ। ਬੇਸਿਕਲੀ ਇਨਡਾਇਰੈਕਟ ਸਪੀਚ ਦੇ ਵਿੱਚ ਇਨਵਾਈਟਡ ਕਾਮਾਸ ਦਾ ਯੂਜ਼ ਜਿਹੜਾ ਤੁਸੀਂ ਨਹੀਂ ਕਰਦੇ ਤਾਂ ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਨਡਾਇਰੈਕਟ ਸਪੀਚ ਹੈ। ਡਾਇਰੈਕਟ ਸਪੀਚ ਦੇ ਵਿੱਚ ਇਨਵਾਈਟਡ ਕਾਮਾਸ ਦਾ ਯੂਜ਼ ਕੀਤਾ ਜਾਂਦਾ ਹੈ। ਹੁਣ ਇੱਥੇ ਤੁਹਾਡੇ ਕੋਲ ਕੀ ਹੁੰਦਾ, ਜਿਵੇਂ ਕਿਸੇ ਨੇ ਕਿਹਾ ਵੀ ਤੁਸੀਂ ਜਾ ਕੇ ਅੱਗੇ ਜਿਹੜੀ ਫਾਰਵਰਡ ਕਰਤੀ, ਇਨਡਾਇਰੈਕਟ ਸਪੀਚ ਦੇ ਵਿੱਚ ਤੁਸੀਂ ਆਪਣੇ ਅਕੋਰਡਿੰਗ ਜਿਹੜੇ ਚੇਂਜ ਕਰਕੇ ਜਿਹੜਾ ਅੱਗੇ ਕੋਈ ਗੱਲ ਨੂੰ ਦੱਸਦੇ ਹੁੰਦੇ ਤਾਂ ਉਹ ਤੁਹਾਡੀ ਇਨਡਾਇਰੈਕਟ ਸਪੀਚ ਦੇ ਵਿੱਚ ਜਿਹੜੀ ਉਹ ਆ ਜਾਂਦੀ ਹੈ। ਹੁਣ ਆਪਾਂ ਦੇਖਾਂਗੇ ਕਿ ਡਾਇਰੈਕਟ ਇਨਡਾਇਰੈਕਟ ਸਪੀਚ ਨਾਲ ਰਿਲੇਟਡ ਸੈਂਟੈਂਸਸ ਨੂੰ ਆਪਾਂ ਕਿਵੇਂ ਸੋਲਵ ਕਰਨਾ ਹੈ। ਹਾਂਜੀ, ਤਾਂ ਫਰਸਟ ਸਲਾਈਡ ਜਿਹੜੀ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਕੀਤੀ ਗਈ ਹੈ, ਐਗਜ਼ਾਮਪਲ ਸਭ ਤੋਂ ਪਹਿਲਾਂ ਕਰਾਂਗੇ, ਦੈਨ ਤੁਹਾਨੂੰ ਵਨ ਬਾਏ ਵਨ ਇਹਨਾਂ ਦੇ ਰੂਲਸ ਵੀ ਕਰਵਾਵਾਂਗੇ ਕਿ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨਾਂ ਨੂੰ ਚੇਂਜ ਕਰਨਾ, ਡਾਇਰੈਕਟ ਨੂੰ ਇਨਡਾਇਰੈਕਟ ਕਿਵੇਂ ਬਣਾਉਣਾ ਹੈ, ਇਨਡਾਇਰੈਕਟ ਤੋਂ ਡਾਇਰੈਕਟ ਜਿਹੜਾ ਤੁਸੀਂ ਕਿਵੇਂ ਚੇਂਜ ਕਰੋਗੇ। ਜਿਵੇਂ ਆਪਾਂ ਵੌਇਸ ਕੀਤੀ ਹੈ ਬਹੁਤ ਵੀ ਬੇਸਿਕ ਤੋਂ ਆਪਾਂ ਕਹਿ ਲਓ ਐਡਵਾਂਸ ਲੈਵਲ ਤੱਕ, ਸੇਮ ਹੀ ਤੁਹਾਡੇ ਕੋਲ ਨਰੇਸ਼ਨ ਵੀ ਤੁਹਾਨੂੰ ਬੇਸਿਕ ਤੋਂ ਐਡਵਾਂਸ ਲੈਵਲ ਆਪਾਂ ਜਿਹੜਾ ਹੈਗਾ ਕਰਵਾਵਾਂਗੇ। ਹਾਂਜੀ, ਤਾਂ ਦੇਖੋ ਸਭ ਤੋਂ ਪਹਿਲਾ ਸੈਂਟੈਂਸ ਜਿਵੇਂ ਤੁਹਾਨੂੰ ਦਿਖਿਆ ਹੈ, ਹੀ ਸੇਜ਼ ਆਈ ਐਮ ਅ ਡਾਕਟਰ। ਕਿਸੇ ਨੇ ਕਿਹਾ ਹੈ ਮੈਂ ਕੀ ਹਾਂ, ਡਾਕਟਰ ਹਾਂ। ਹੁਣ ਤੁਸੀਂ ਇਨਡਾਇਰੈਕਟ ਦੇ ਵਿੱਚ ਕਿਵੇਂ ਕਨਵਰਟ ਕਰੋਗੇ, ਡਾਇਰੈਕਟ ਕਿਵੇਂ ਪਤਾ ਲੱਗਾ ਤੁਹਾਨੂੰ, ਮੇਰੇ ਇਨਵਰਟਡ ਕਾਮਾਸ ਦੇ ਵਿੱਚ ਸੀ, ਹਾਂਜੀ ਹੈਗੇ, ਤਾਂ ਇਹ ਡਾਇਰੈਕਟ ਸਪੀਚ ਹੋ ਗਈ। ਇਨਡਾਇਰੈਕਟ ਕਿਵੇਂ ਬਣੂਗੀ, ਤਾਂ ਤੁਸੀਂ ਕਿਸੇ ਨੂੰ ਜਾ ਕੇ ਕਹੋਗੇ ਵੀ ਉਹਨੇ ਕਿਹਾ ਵੀ ਉਹ ਕਿਸੇ ਕੋਈ ਹੈਗਾ ਡਾਕਟਰ ਹੈ। ਹਾਂਜੀ, ਤਾਂ ਦੇਖੋ ਇਨਡਾਇਰੈਕਟ ਸਪੀਚ ਕਿਵੇਂ ਬਣ ਗਈ, ਹੀ ਸੇਜ਼ ਦੈਟ ਆਪਾਂ ਐਡ ਕਰਤਾ, ਇਨਵਰਟਡ ਕਾਮਾਸ ਦੀ ਥਾਂ ਤੇ ਤੁਹਾਡੇ ਕੋਲ ਜਿਹੜਾ ਵਰਡ ਆ ਜਾਂਦਾ ਦੈਟ ਆ ਜਾਂਦਾ। ਇਸ ਚੀਜ਼ ਤੇ ਆਂਸਰ ਰੱਖੋਗੇ ਕਿ ਕੰਜੰਕਸ਼ਨ ਯੂਜ਼ ਕੀਤਾ ਜਾਂਦਾ, ਤੇ ਕੰਜੰਕਸ਼ਨ ਇੱਥੇ ਆਪਣੇ ਕੋਲ ਦੈਟ ਆ ਗਿਆ, ਦੈਨ ਤੁਸੀਂ ਯੂਜ਼ ਕੀਤਾ ਜੀ ਹੀ। ਹੁਣ ਇੱਥੇ ਤਾਂ ਤੁਹਾਡੇ ਕੋਲੇ ਆਈ ਐਮ ਅ ਡਾਕਟਰ, ਆਈ ਯੂਜ਼ ਕੀਤਾ ਹੋਇਆ ਸੀ, ਇੱਥੇ ਤੁਸੀਂ ਹੀ ਯੂਜ਼ ਕੀਤਾ, ਕਿਉਂ ਚੇਂਜ ਕੀਤਾ, ਤਾਂ ਇਹ ਵਾਲੀ ਚੀਜ਼ ਹੈ ਜਿਹੜੀ ਪ੍ਰਨਾਉਨ ਦੇ ਵਿੱਚ ਚੇਂਜ ਹੋ ਜਾਂਦੇ ਜਦੋਂ ਤੁਸੀਂ ਡਾਇਰੈਕਟ ਤੋਂ ਇਨਡਾਇਰੈਕਟ ਸਪੀਚ ਬਣਾਉਣਾ, ਉਹ ਤੁਹਾਨੂੰ ਦੱਸਾਂਗੇ ਜੀ ਕਿਸ ਤਰੀਕੇ ਨਾਲ ਪ੍ਰਨਾਉਨ ਚੇਂਜ ਹੁੰਦੇ। ਤਾਂ ਹੁਣ ਆਪਣਾ ਸੈਂਟੈਂਸ ਬਣਾਏਗਾ, ਆਈ ਤੁਸੀਂ ਚੇਂਜ ਕੀਤਾ ਜੀ ਹੀ ਬਣਾਇਆ, ਤਾਂ ਆਈ ਕਿਹੜਾ ਪਰਸਨ ਹੁੰਦਾ ਹੈ, ਫਰਸਟ ਪਰਸਨ ਹੁੰਦਾ ਹੈ,
ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਨੋਟ ਕਰ ਸਕਦੇ ਹੋ। ਆਈ ਕੀ ਆਪਣਾ ਫਰਸਟ ਪਰਸਨ ਹੈ, ਫਰਸਟ ਪਰਸਨ ਸਬਜੈਕਟ ਅਕੋਰਡਿੰਗ ਜਿਹੜਾ ਆਪਣਾ ਚੇਂਜ ਹੁੰਦਾ ਹੈ। ਫਰਸਟ ਪਰਸਨ ਨੂੰ ਆਪਾਂ ਸਬਜੈਕਟ ਅਕੋਰਡਿੰਗ ਚੇਂਜ ਕਰਨਾ ਤਾਂ ਸਬਜੈਕਟ ਕੀ ਆਪਣਾ ਹੀ ਹੈ, ਸੋ ਆਪਾਂ ਕੀ ਯੂਜ਼ ਕੀਤਾ, ਅੱਗੇ ਤੁਸੀਂ ਯੂਜ਼ ਕਰੋਗੇ ਜੀ ਹੀ ਦੇ ਨਾਲ ਆਪਣਾ ਇਸ ਲੱਗਦਾ ਹੁੰਦਾ, ਸੋ ਇਸ ਯੂਜ਼ ਹੋਇਆ ਔਰ ਡਾਕਟਰ। ਹੁਣ ਇੱਥੇ ਤੁਹਾਡੇ ਕੋਲੇ ਦੇਖੋ ਆਪਣਾ ਕੋਈ ਰਿਪੋਰਟਡ ਬੋਬ ਆਪਣੇ ਕੋਲੇ ਹੈਗੀ ਹੈ ਜੀ ਆਪਣੀ ਹੀ ਸੇਜ਼, ਤੇ ਜਿਹੜੀ ਰਿਪੋਰਟਡ ਸਪੀਚ ਹੈ ਆਈ ਐਮ ਨੋਟ ਡਾਕਟਰ ਹੈ। ਤਾਂ ਹੁਣ ਇਹਨਾਂ ਨੂੰ ਜਿਹੜਾ ਆਪਾਂ ਇੱਕ ਅਲੱਗ ਸਲਾਈਡ ਦੇ ਉੱਤੇ ਦੇਖਦੇ ਹਾਂ ਕਿ ਰਿਪੋਰਟਡ ਸਪੀਚ ਤੇ ਰਿਪੋਰਟਡ ਬੋਬ ਕੀ ਹੁੰਦੀ ਹੈ, ਬਿਕਾਜ਼ ਅੱਗੇ ਤੁਹਾਨੂੰ ਜਿਹੜੇ ਇਹ ਫਰੇਜ਼ਸ ਆਪਣੇ ਲਿਖੇ ਆਉਣਗੇ, ਸੋ ਕਲੀਅਰ ਹੋਣਾ ਜ਼ਰੂਰੀ ਹੈ। ਹਾਂਜੀ, ਤਾਂ ਬੇਸਿਕਲੀ ਦੇਖਿਆ ਜਾਵੇ ਜਿਵੇਂ ਆਪਾਂ ਇਹਨੂੰ ਹੀ ਲਿਖ ਲੈਂਦੇ ਹਾਂ, he says I am a doctor। ਆਪਣਾ ਇਹ ਸੈਂਟੈਂਸ ਸੀ। ਹੁਣ ਤੁਹਾਨੂੰ ਦੱਸਿਆ ਗਿਆ ਕਿ ਇੱਕ ਤਾਂ ਤੁਹਾਡੇ ਕੋਲ ਆ ਗਿਆ ਇਨਵਰਟਡ ਕਾਮਾਸ ਤੋਂ ਬਾਹਰ ਵਾਲਾ ਪਾਰਟ, ਇੱਕ ਹੋ ਗਿਆ ਤੁਹਾਡਾ ਇਨਵਰਟਡ ਕਾਮਾਸ ਦੇ ਵਿੱਚ ਵਾਲਾ ਪਾਰਟ। ਹੁਣ ਜਿਹੜਾ ਤੁਹਾਡੇ ਕੋਲ ਇਨਵਰਟਡ ਕਾਮਾਸ ਤੋਂ ਬਾਹਰ ਦਾ ਪਾਰਟ ਹੁੰਦਾ ਉਹ ਹੁੰਦੀ ਹੈ ਜੀ ਤੁਹਾਡੀ ਰਿਪੋਰਟਿੰਗ ਜਾਂ ਰਿਪੋਰਟਡ ਬੋਬ। ਰਿਪੋਰਟਿੰਗ ਬੋਬ ਕਹਿ ਲਓ ਚਾਹੇ ਰਿਪੋਰਟਡ ਬੋਬ ਤੁਸੀਂ ਕਹਿ ਸਕਦੇ ਹੋ। ਜਿਹੜਾ ਤੁਹਾਡੇ ਕੋਲ ਇਨਵਰਟਡ ਕਾਮਾਸ ਦੇ ਵਿੱਚ ਵਾਲਾ ਪਾਰਟ ਹੁੰਦਾ ਉਹਨੂੰ ਕਿਹਾ ਜਾਂਦਾ ਜੀ ਰਿਪੋਰਟਿੰਗ ਸਪੀਚ। ਰਿਪੋਰਟਿੰਗ ਸਪੀਚ ਕਹਿ ਲਓ ਚਾਹੇ ਰਿਪੋਰਟਡ ਸਪੀਚ ਕਹਿ ਲਓ। ਹਾਂਜੀ, ਤਾਂ ਇਹ ਹੁੰਦੀ ਹੈ ਤੁਹਾਡੀ ਰਿਪੋਰਟਿੰਗ ਸਪੀਚ। ਤਾਂ ਹੁਣ ਰਿਪੋਰਟਡ ਵਰਬ ਕੀ ਹੈ, ਜਿਹੜਾ ਇਨਵਰਟਡ ਕਾਮਾਸ ਤੋਂ ਬਾਹਰ ਵਾਲਾ ਪਾਰਟ ਹੈ, ਤੇ ਰਿਪੋਰਟਿੰਗ ਸਪੀਚ ਕੀ ਹੈ ਤੁਹਾਡੇ ਕੋਲ ਜਿਹੜੀ ਇਨਵਰਟਡ ਕਾਮਾਸ ਦੇ ਵਿੱਚ ਦਿੱਤੀ ਗਈ ਹੈ। ਇਹ ਚੀਜ਼ ਤੁਸੀਂ ਕਲੀਅਰ ਕਰੋਗੇ, ਬਿਕਾਜ਼ ਮੈਂ ਤੁਹਾਨੂੰ ਅੱਗੇ ਜਿਹੜੇ ਕੁਝ ਜਦੋਂ ਆਪਾਂ ਯੂਜ਼ ਕਰਾਂਗੇ ਤਾਂ ਤੁਹਾਨੂੰ ਰਿਪੋਰਟਡ ਵਰਬ ਤੇ ਰਿਪੋਰਟਡ ਸਪੀਚ ਲਿਖਿਆ ਆਏਗਾ, ਤਾਂ ਤੁਹਾਨੂੰ ਉੱਥੇ ਕਲੀਅਰ ਹੋਣਾ ਜ਼ਰੂਰੀ ਹੈ ਕਿ ਰਿਪੋਰਟਡ ਵਰਬ ਕੀ ਹੁੰਦੀ ਹੈ ਤੇ ਰਿਪੋਰਟਡ ਸਪੀਚ ਕੀ ਹੁੰਦੀ ਹੈ। ਹਾਂਜੀ, ਤਾਂ ਐਵੇਂ ਤੁਹਾਡੇ ਕੋਲ ਇਹ ਤਾਂ ਹੋ ਗਿਆ ਡਾਇਰੈਕਟ ਨਰੇਸ਼ਨ ਦੇ ਵਿੱਚ, ਡਾਇਰੈਕਟ ਸਪੀਚ ਦੇ ਵਿੱਚ ਤੁਹਾਡੇ ਇਹ ਦੋ ਪਾਰਟ ਹੁੰਦੇ, ਇੱਕ ਰਿਪੋਰਟਡ ਵਰਬ ਦਾ, ਇੱਕ ਰਿਪੋਰਟਿੰਗ ਸਪੀਚ ਦਾ। ਸੇਮ ਹੀ ਤੁਹਾਡੇ ਕੋਲ ਜਿਹੜਾ ਇਨਡਾਇਰੈਕਟ ਨਰੇਸ਼ਨ ਹੁੰਦਾ, ਇਨਡਾਇਰੈਕਟ ਸਪੀਚ ਹੁੰਦੀ ਹੈ, ਉਹਦੇ ਵਿੱਚ ਕਿਵੇਂ ਚੱਲਦਾ ਹੁੰਦਾ, ਜਿਵੇਂ ਆਪਾਂ ਬਣਾਇਆ ਸੀ he says that he is a doctor। ਹੁਣ ਇਹਦੇ ਕਿਹੜੇ ਕਿਹੜੇ ਪਾਰਟ ਆ ਜਾਂਦੇ, ਤਾਂ ਹੁਣ ਇੱਥੇ ਤੁਹਾਡੇ ਕੋਲੇ ਜਿਹੜਾ ਆ ਜਾਂਦਾ ਇੱਕ ਤਾਂ ਹੁੰਦਾ ਮੇਨ ਕਲੌਜ਼। ਜਿਵੇਂ ਆਪਣੇ ਕੋਲੇ ਮੇਨ ਕਲੌਜ਼ ਕੀ ਆ ਗਈ, he says ਉਸਨੇ ਕਿਹਾ that he is a doctor, ਤਾਂ ਕਿ ਉਹ ਇੱਕ ਡਾਕਟਰ ਹੈ। ਹੁਣ ਇਹ ਦੋ ਪਾਰਟ ਨੇ, ਜਿਹੜਾ ਪਹਿਲਾ ਵਾਲਾ ਪਾਰਟ ਹੈ ਤੁਹਾਡੇ ਕੋਲ ਆ ਗਈ ਮੇਨ ਕਲੌਜ਼। ਮੇਨ ਹੈ ਜਿਹੜਾ ਕੰਮ ਕੀ ਕਿਸੇ ਨੇ ਕਿਹਾ, ਕੀ ਕਿਹਾ ਹੁਣ ਉਹ ਅੱਗੇ ਜਿਹੜਾ ਜਿਹਨੂੰ ਡਿਸਕ੍ਰਾਈਬ ਕਰਿਆ ਜਾ ਰਿਹਾ ਉਹ ਵਾਲੀ ਚੀਜ਼ ਤੁਹਾਡੇ ਕੋਲ ਆ ਜਾਂਦੀ ਹੈ ਜੀ ਸਬੋਰਡੀਨੇਟਿੰਗ ਕਲੌਜ਼। ਸਬੋਰਡੀਨੇਟਿੰਗ ਕਲੌਜ਼ ਇਹ ਹੈ ਤੁਹਾਡੀ ਮੇਨ ਕਲੌਜ਼, ਜਿਹਨੂੰ ਆਪਾਂ ਪ੍ਰਿੰਸੀਪਲ ਕਲੌਜ਼ ਵੀ ਕਹਿ ਦਿੰਦੇ ਹਾਂ। ਜਿਹੜਾ ਤੁਹਾਡੇ ਕੋਲੇ ਸੈਕੰਡ ਸੈਂਟੈਂਸ ਦਿੱਤਾ ਗਿਆ ਜਿਹਦਾ ਜਿਹੜਾ ਕਿ ਡਿਪੈਂਡ ਕਰਦਾ ਫਰਸਟ ਦੇ ਉੱਤੇ, ਦੈਟ ਹੀ ਇਜ਼ ਅ ਡਾਕਟਰ, ਕਿ ਉਹ ਇੱਕ ਡਾਕਟਰ ਹੈ। ਇਹਦਾ ਕੋਈ ਆਪਣੇ ਕੋਲੇ ਆਪਾਂ ਕਹਿ ਸਕਦੇ ਹਾਂ ਸਿੰਪਲ ਮੀਨਿੰਗ ਨਹੀਂ ਹੈ, ਦੈਟ ਹੀ ਇਜ਼ ਅ ਡਾਕਟਰ ਦਾ ਕੋਈ ਮੀਨਿੰਗ ਨਹੀਂ ਹੈ। ਬਟ ਜਦੋਂ ਆਪਾਂ ਯੂਜ਼ ਕਰ ਰਹੇ ਹਾਂ ਹੀ ਸੇਜ਼, ਉਸਨੇ ਕਿਹਾ ਕਿ ਉਹ ਇੱਕ ਡਾਕਟਰ ਹੈ, ਫਿਰ ਆਪਣਾ ਜਿਹੜਾ ਸੈਂਟੈਂਸ ਕੰਪਲੀਟ ਹੋ ਜਾਂਦਾ ਹੈ। ਸੋ ਮੇਨ ਕਲੌਜ਼ ਐਂਡ ਸਬੋਰਡੀਨੇਟਿੰਗ ਕਲੌਜ਼ ਜਿਹੜੇ ਤੁਹਾਡੇ ਕੋਲ ਪਾਰਟ ਆ ਜਾਂਦੇ ਜੀ ਇਨਡਾਇਰੈਕਟ ਸਪੀਚ ਦੇ। ਤਾਂ ਤੁਸੀਂ ਡਾਇਰੈਕਟ ਸਪੀਚ ਤੇ ਇਨਡਾਇਰੈਕਟ ਸਪੀਚ ਦੇ ਪਾਰਟਸ ਨੂੰ ਵੀ ਧਿਆਨ ਚ ਰੱਖੋਗੇ। ਡਾਇਰੈਕਟ ਸਪੀਚ ਦੇ ਵੀ ਤੁਹਾਡੇ ਕੋਲੇ ਪਾਰਟ ਹੁੰਦੇ ਆ ਰਿਪੋਰਟਡ ਵਰਬ ਤੇ ਰਿਪੋਰਟਡ ਸਪੀਚ, ਤੇ ਜਿਹੜੀ ਤੁਹਾਡੀ ਇਨਡਾਇਰੈਕਟ ਸਪੀਚ ਹੁੰਦੀ ਹੈ ਉਹਦੇ ਵਿੱਚ ਤੁਹਾਡੇ ਕੋਲੇ ਮੇਨ ਕਲੌਜ਼ ਤੇ ਮੇਨ ਆਪਣਾ ਸਬੋਰਡੀਨੇਟਿੰਗ ਕਲੌਜ਼ ਦੇ ਜਿਹੜੇ ਦੋ ਪਾਰਟ ਆਪਣੇ ਕੋਲੇ ਆ ਜਾਂਦੇ ਆ। ਹਾਂਜੀ, ਤਾਂ ਹੁਣ ਇਹ ਜਿਹੜਾ ਆਪਣੇ ਕੋਲੇ ਦੇਖੋ ਸੈਕੰਡ ਕੁਐਸਚਨ ਤੁਹਾਨੂੰ ਦਿੱਤਾ ਗਿਆ, ਫਰਸਟ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਦੇਖੋ ਸੈਕੰਡ ਕੁਐਸਚਨ ਦੇ ਵਿੱਚ ਅਗੇਨ ਡਾਇਰੈਕਟ ਐਂਡ ਇਨਡਾਇਰੈਕਟ ਕੁਐਸਚਨ ਜਿਹੜਾ ਆਪਾਂ ਚੇਂਜ ਕੀਤਾ। ਫਰਸਟ ਹੈ ਜਿਵੇਂ ਹੀ ਸੈਡ ਆਈ ਐਮ ਅ ਟੀਚਰ, ਸੈਕੰਡ ਤੁਸੀਂ ਇਹਦਾ ਇਨਡਾਇਰੈਕਟ ਕਿਵੇਂ ਬਣਾਇਆ, ਹੀ ਸੈਡ ਦੈਟ he was a teacher। ਹੁਣ he ਕਿਵੇਂ ਚੇਂਜ ਹੋਇਆ, ਫਰਸਟ ਪਰਸਨ ਜਿਹੜਾ ਹੈਗਾ ਤੁਹਾਡੇ ਕੋਲੇ ਸਬਜੈਕਟ ਅਕੋਰਡਿੰਗ ਚੇਂਜ ਹੁੰਦਾ, ਤੇ ਇੱਥੇ he ਆ ਗਿਆ। ਬਟ ਇੱਥੇ ਤਾਂ ਐਮ ਸੀ ਆਪਾਂ ਉੱਪਰ ਇਸ ਕੀਤਾ, ਇੱਥੇ ਆਪਣਾ ਵਾਸ ਕਿਵੇਂ ਆ ਗਿਆ। ਤੇ ਤੁਹਾਨੂੰ ਇਹ ਚੀਜ਼ ਜਿਹੜੀ ਨੋਟ ਕਰਵਾਵਾਂਗੀ ਕਿ ਆਪਾਂ ਜਦੋਂ ਵੀ ਪਾਸਟ ਟੈਂਸ ਹੈ ਜਿਹੜਾ ਤੁਹਾਡੇ ਕੋਲੇ ਰਿਪੋਰਟਡ ਵਰਬ ਜਦੋਂ ਵੀ ਤੁਹਾਡੇ ਕੋਲੇ ਪਾਸਟ ਦੇ ਵਿੱਚ ਚੱਲਦੀ ਹੈ, ਤਾਂ ਉੱਥੇ ਤੁਹਾਡੇ ਕੋਲੇ ਜਿਹੜਾ ਰਿਪੋਰਟਡ ਸਪੀਚ ਹੈ ਉਹਦੇ ਵਿੱਚ ਚੇਂਜਸ ਹੁੰਦੇ ਆ। ਤੇ ਚੇਂਜਸ ਕਿਵੇਂ ਹੁੰਦੇ ਆ 1 by 1 ਜਿਹੜੇ ਆਪਾਂ ਨੋਟ ਕਰਾਂਗੇ। ਹਾਂਜੀ, ਤਾਂ ਆਈ ਹੋਪ ਤੁਹਾਨੂੰ ਇਹ ਵਾਲਾ ਟੌਪਿਕ ਵੀ ਕਲੀਅਰ ਹੋ ਗਿਆ ਹੋਵੇਗਾ ਕਿ ਡਾਇਰੈਕਟ ਟੂ ਇਨਡਾਇਰੈਕਟ ਸਪੀਚ ਹੈ ਜਿਹੜੀ ਆਪਾਂ ਕਿਵੇਂ ਟ੍ਰਾਂਸਲੇਟ ਕਰਦੇ ਹਾਂ, ਕਿਵੇਂ ਜਿਹੜਾ ਤੁਹਾਡਾ ਡਾਇਰੈਕਟ ਸਪੀਚ ਨੂੰ ਇਨਡਾਇਰੈਕਟ ਬਣਾਇਆ ਜਾਂਦਾ, ਤੇ ਇਨਡਾਇਰੈਕਟ ਤੋਂ ਡਾਇਰੈਕਟ ਜਿਹੜਾ ਆਪਾਂ ਕਿਵੇਂ ਬਣਾਵਾਂਗੇ ਇਹ ਚੀਜ਼ ਤੁਹਾਨੂੰ ਕਰਵਾਈ ਜਾਏਗੀ। ਕਲਾਸਾਂ ਜਿਹੜੀਆਂ ਤੁਹਾਡੀਆਂ ਰੈਗੂਲਰ ਚੱਲਣਗੀਆਂ। ਹਾਂਜੀ, ਤਾਂ ਇਹ ਤੁਹਾਡੇ ਕੋਲੇ ਕੁਝ ਐਗਜ਼ਾਮਪਲ ਜਿਹੜੀਆਂ ਤੁਹਾਨੂੰ ਦਿਖਾਈਆਂ ਗਈਆਂ ਕਿ ਕੀ ਹੁੰਦਾ ਤੁਹਾਡਾ ਡਾਇਰੈਕਟ ਸਪੀਚ, ਕੀ ਹੁੰਦੀ ਹੈ ਤੁਹਾਡੀ ਇਨਡਾਇਰੈਕਟ ਸਪੀਚ, ਜਾਂ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਰਿਪੋਰਟਡ ਵਰਬ ਕੀ ਹੁੰਦੀ ਹੈ, ਰਿਪੋਰਟਡ ਸਪੀਚ ਕੀ ਹੁੰਦੀ ਹੈ, ਮੇਨ ਕਲੌਜ਼ ਕੀ ਹੁੰਦੀ ਹੈ, ਸਬੋਰਡੀਨੇਟਿੰਗ ਕਲੌਜ਼ ਕੀ ਹੁੰਦੀ ਹੈ। ਤਾਂ ਇਹ ਹੈ ਜਿਹੜਾ ਆਪਾਂ ਇੱਥੇ ਕਲੀਅਰ ਕੀਤਾ ਹੈ। ਹਾਂਜੀ, ਤਾਂ ਅਗਲਾ ਜਿਹੜਾ ਦੇਖੋਗੇ ਤੁਸੀਂ ਛੋਟਾ ਜਿਹਾ ਜਿਹੜਾ ਤੁਸੀਂ ਰੂਲ ਨੋਟ ਕਰੋਗੇ ਕਿ ਜੇ ਤਾਂ ਤੁਹਾਡੇ ਕੋਲੇ ਸਿੰਪਲ ਦਿੱਤਾ ਗਿਆ ਸੇ ਜਾਂ ਫਿਰ ਆਪਣੇ ਕੋਲੇ ਸੈਡ, ਸੇ ਸੈਟ ਦਿੱਤਾ ਗਿਆ ਤਾਂ ਉਹਦੇ ਵਿੱਚ ਤੁਹਾਡੇ ਕੋਲ ਜਦੋਂ ਤੁਸੀਂ ਚੇਂਜ ਕਰਨਾ ਕੋਈ ਚੇਂਜ ਨਹੀਂ ਹੋਏਗਾ, ਤਾਂ ਉਹ ਸੇ ਤੇ ਸੈਟ ਹੀ ਰਹੇਗਾ, ਉਹਦੇ ਵਿੱਚ ਤੁਹਾਡਾ ਕੋਈ ਚੇਂਜ ਨਹੀਂ ਹੋਏਗਾ ਐਂਡ ਤੁਸੀਂ ਐਜ਼ ਇਟ ਇਜ਼ ਯੂਜ਼ ਕਰ ਲਓਗੇ। ਬਟ ਜੇ ਤੁਹਾਡੇ ਕੋਲੇ ਸੇ ਟੂ ਆ ਗਿਆ ਜਾਂ ਫਿਰ ਸੈਟ ਟੂ ਆ ਗਿਆ, ਨਾ ਤੁਹਾਡੇ ਕੋਲੇ ਕੋਈ ਨਾ ਕੋਈ ਕਹਿ ਲਓ ਆਬਜੈਕਟ ਦਿੱਤਾ ਗਿਆ, ਸੇ ਟੂ ਤੋਂ ਬਾਅਦ ਕੋਈ ਨਾ ਕੋਈ ਆਬਜੈਕਟ ਤਾਂ ਹੋਏਗਾ, ਬਿਕਾਜ਼ ਟੂ ਪ੍ਰੈਪੋਜੀਸ਼ਨ ਆ, ਪ੍ਰੈਪੋਜੀਸ਼ਨ ਤੋਂ ਬਾਅਦ ਉਹਦਾ ਆਬਜੈਕਟ ਹੁੰਦਾ, ਜਿਵੇਂ ਆਪਾਂ ਪ੍ਰੈਪੋਜੀਸ਼ਨ ਚ ਕੀਤਾ ਹੀ ਹੈ। ਸੋ ਇੱਥੇ ਤੁਹਾਡੇ ਕੋਲੇ ਜਿਹੜਾ ਹੈਗਾ ਸੇ ਟੂ ਬਣ ਜਾਂਦਾ ਜੇ ਟੈਲ ਜਾਂ ਫਿਰ ਟੈਲਸ ਦੇ ਵਿੱਚ ਕਨਵਰਟ ਕਰ ਦੋਗੇ ਤੁਸੀਂ। ਸੇ ਤੁਹਾਡਾ ਸੇ ਟੂ ਤੁਹਾਡਾ ਟੈਲ ਬਣ ਜਾਂਦਾ, ਜੇ ਇੱਥੇ ਸੇਸ ਟੂ ਹੁੰਦਾ ਤਾਂ ਉਹ ਬਣ ਜਾਂਦਾ ਆਪਣਾ ਟੈਲਸ। ਸੈਕਿੰਡ ਆਪਣੇ ਕੋਲੇ ਜੇ ਸੈਡ ਟੂ ਹੈ ਤਾਂ ਉਹ ਕੀ ਬਣ ਜਾਏਗਾ, ਟੋਲਡ ਬਣ ਜਾਏਗਾ। ਵਰਬ ਦੀ ਸੈਕਿੰਡ ਫਾਰਮ ਤੁਹਾਡੇ ਕੋਲੇ ਟੈਲ, ਟੈਲਸ ਔਰ ਟੋਲਡ ਹੈ ਜਿਹੜਾ ਤੁਸੀਂ ਯੂਜ਼ ਕਰੋਗੇ ਜੇ ਸੇ ਟੂ, ਸੇਸ ਟੂ ਜਾਂ ਫਿਰ ਸੈਡ ਟੂ ਤੁਹਾਨੂੰ ਦਿੱਤਾ ਗਿਆ। ਤਾਂ ਹੁਣ ਦੇਖੋਗੇ ਤੁਹਾਡੇ ਕੋਲੇ ਡਾਇਰੈਕਟ ਇਨਡਾਇਰੈਕਟ ਰਿਲੇਸ਼ਨ ਜਿਵੇਂ ਐਗਜ਼ਾਮਪਲਸ ਦਿੱਤੀਆਂ ਗਈਆਂ। ਫਰਸਟ ਹੈ ਹੀ ਸੇਸ ਟੂ ਮੀ,
आई एम अ डॉक्टर, बाकी चीज़ थोड़ी सेम रहेगी। रिपोर्टेड स्पीच ਦੇ ਵਿੱਚ ਕਿਵੇਂ ਚੇਂਜ ਕਰਨਾ ਉਹ ਤੁਹਾਨੂੰ ਪਹਿਲੇ ਹੀ ਦੱਸ ਦਿੱਤਾ ਗਿਆ। ਹੁਣ ਇੱਥੇ ਤੁਸੀਂ ਸੇਮ ਚੀਜ਼ ਦੇਖੋਗੇ ਜੀ, ਰਿਪੋਰਟਡ वर्ब ਵਾਲਾ ਟੌਪਿਕ ਦੇਖੋ, ਹੀ ਸੇਜ਼ ਟੂ ਮੀ, ਤਾਂ ਤੁਹਾਨੂੰ ਦੱਸਿਆ ਕਿ ਜੇ ਸੇ ਹੁੰਦਾ, ਸਿੰਪਲ ਹੁੰਦਾ, ਸੈਡ ਹੁੰਦਾ ਤਾਂ ਤੁਸੀਂ ਕੋਈ ਚੇਂਜ ਨਹੀਂ ਕਰਨਾ ਸੀ, ਜਿਵੇਂ ਆਪਾਂ ਲਾਸਟ ਵਾਲੀ ਆਪਣੀ ਸਲਾਈਡ ਕੀਤੀ ਹੈ। ਹੁਣ ਇੱਥੇ ਦੇਖੋ ਆਪਣੇ ਕੋਲ ਸੇਜ਼ ਸੀ, ਆਪਾਂ ਸੇਜ਼ ਹੀ ਯੂਜ਼ ਕੀਤਾ, ਸੈਡ ਨਹੀਂ ਟੋਲਸ ਜਾਂ ਟੋਲਡ ਜਾਂ ਟੈਲਸ ਆਪਣੇ ਕੋਲ ਇੱਥੇ ਆਪਾਂ ਯੂਜ਼ ਨਹੀਂ ਕੀਤਾ। ਇੱਧਰ ਤੁਹਾਡੇ ਕੋਲ ਸੈਡ ਸੀ, ਤੁਸੀਂ ਸੈਡ ਹੀ ਲਿਖਿਆ, ਬਿਕੋਜ਼ ਇਸ ਤੋਂ ਬਾਅਦ ਪ੍ਰੈਪੋਜੀਸ਼ਨ ਜਾਂ ਉਹਦਾ ਆਬਜੈਕਟ ਨਹੀਂ ਦਿੱਤਾ ਗਿਆ। ਬਟ ਇਹਨਾਂ ਸੈਂਟੈਂਸਾਂ ਦੇ ਵਿੱਚ ਤੁਹਾਡੇ ਕੋਲ ਸੇਜ਼ ਟੂ ਸੈਡ ਟੂ ਦਿੱਤੇ ਹੋਏ ਆ, ਇਹਦੇ ਵਿੱਚ ਤੁਸੀਂ ਉਹਨਾਂ ਨੂੰ ਚੇਂਜ ਕਰੋਗੇ ਕਿ ਟੈਲ ਟੈਲਸ ਜਾਂ ਫਿਰ ਟੋਲਡ ਦੇ ਵਿੱਚ। ਹੁਣ ਸੇਜ਼ ਟੂ ਹੈ ਮੀਨਸ ਕੀ ਆ ਜਾਏਗਾ, ਤੁਹਾਡੇ ਕੋਲ ਟੈਲਸ ਆ ਜਾਏਗਾ। ਸੈਡ ਟੂ ਹੈ ਤਾਂ ਤੁਸੀਂ ਕੀ ਯੂਜ਼ ਕੀਤਾ ਜੀ, ਟੋਲਡ ਦਾ ਯੂਜ਼ ਕੀਤਾ। ਅੱਗੇ ਤੁਹਾਡਾ ਆਬਜੈਕਟ ਆ ਗਿਆ, ਤਾਂ ਤੁਸੀਂ ਸੇਮ ਹੀ ਚੇਂਜ ਕਰ ਦੋਗੇ ਦੈਟ आई एम अ डॉक्टर की बन जाएगा ਤੁਹਾਡੇ ਕੋਲੇ ਹੀ ਇਜ਼ ਅ ਡਾਕਟਰ, ਬਿਕੋਜ਼ ਇਹ ਪ੍ਰੈਜ਼ੈਂਟ ਦੇ ਵਿੱਚ ਸੀ। ਪ੍ਰੈਜ਼ੈਂਟ ਵਾਲੀ ਦੇ ਤੁਹਾਡੇ ਕੋਲ ਰਿਪੋਰਟਡ ਵਰਬ ਪ੍ਰੈਜ਼ੈਂਟ ਦੇ ਵਿੱਚ ਹੈ, ਤਾਂ ਫਿਊਚਰ ਦੇ ਵਿੱਚ ਹੈ, ਤਾਂ ਰਿਪੋਰਟਡ ਸਪੇਸ ਦੇ ਵਿੱਚ ਕੋਈ ਚੇਂਜ ਨਹੀਂ ਹੁੰਦਾ, ਟੈਂਸ ਚੇਂਜ ਨਹੀਂ ਹੁੰਦਾ। ਆਪਣਾ ਪਰਸਨ ਹੈ ਜਿਹੜੇ ਉਹ ਚੇਂਜ ਜ਼ਰੂਰ ਹੋ ਜਾਂਦੇ ਆ, ਪ੍ਰੋਨਾਊਨ ਹੈ ਜਿਹੜੇ ਤੁਸੀਂ ਚੇਂਜ ਕਰਦੇ ਹੋ। ਬਾਕੀ ਤੁਹਾਡਾ ਸਪੀਚ ਹੈ ਜਿਹੜੀ ਉਹਦੇ ਵਿੱਚ ਚੇਂਜ ਨਹੀਂ ਹੁੰਦਾ, ਜੇ ਤੁਹਾਡੀ ਰਿਪੋਰਟਡ ਵਰਬ ਪ੍ਰੈਜ਼ੈਂਟ ਜਾਂ ਫਿਊਚਰ ਦੇ ਵਿੱਚ ਹੈ, ਤੁਹਾਨੂੰ ਰੂਲ ਅੱਗੇ ਕਰਵਾਵਾਂਗੇ। ਹਾਂਜੀ, ਅੱਗੇ ਤੁਹਾਡੇ ਕੋਲ ਸੈਕੰਡ ਸੈਂਟੈਂਸ ਆ ਜਾਂਦਾ, ਹੀ ਸੈਡ ਟੂ ਮੀ ਆਈ ਐਮ ਅ ਟੀਚਰ। ਤਾਂ ਹੁਣ ਹੀ ਸੈਡ ਟੂ ਮੀ ਕਿਹੜਾ ਵਾਲਾ ਟੈਂਸ ਤੁਹਾਡੇ ਕੋਲ ਆ ਗਿਆ, ਪਾਸਟ ਦੇ ਵਿੱਚ ਆ ਗਿਆ। ਹੁਣ ਸੈਡ ਟੂ ਦਾ ਤਾਂ ਤੁਸੀਂ ਟੋਲਡ ਬਣਾਤਾ, ਮੀ ਆ ਗਿਆ ਤੁਹਾਡੇ ਕੋਲ ਅੱਗੇ ਦੈਟ ਦੇਖੋ, ਫਰਸਟ ਪਰਸਨ ਤੁਹਾਡਾ ਅਕੋਰਡਿੰਗ ਟੂ ਸਬਜੈਕਟ ਯੂਜ਼ ਕੀਤਾ ਗਿਆ। ਸੋ ਆਈ ਨੂੰ ਤੁਸੀਂ ਕੀ ਟ੍ਰਾਂਸਲੇਟ ਕਰਤਾ ਤੇ ਹੀ ਦੇ ਵਿੱਚ, ਆਈ ਐਮ ਦਾ ਤੁਸੀਂ ਪਾਸ ਬਣਾਓਗੇ ਤਾਂ ਤੁਹਾਡੀ ਰਿਪੋਰਟਡ ਵਰਬ ਹੈ ਜਿਹੜੀ ਉਹ ਪਾਸ ਦੇ ਵਿੱਚ ਹੈ। ਸੋ ਰਿਪੋਰਟਡ ਸਪੀਚ ਦੇ ਵਿੱਚ ਜਿਹੜੇ ਚੇਂਜ ਹੋਣਗੇ, ਸੋ ਵਾਸ ਅ ਟੀਚਰ। ही टोल्ड मी दैट ही वाज अ टीचर, ਜਿਹੜਾ ਤੁਹਾਡੇ ਕੋਲ ਇਹ ਇਨਡਾਇਰੈਕਟ ਟੂ ਡਾਇਰੈਕਟ, ਡਾਇਰੈਕਟ ਟੂ ਇਨਡਾਇਰੈਕਟ ਸਪੀਚ ਆ ਜਿਹੜੀ ਤੁਸੀਂ ਕਨਵਰਟ ਕੀਤੀ ਹੈ। ਉਹ ਤੁਹਾਨੂੰ ਇੰਨੀ ਟਾਈਪ ਆ ਜਿਹੜੀ ਕਲੀਅਰ ਹੋ ਗਈ ਹੋਏਗੀ। ਹਾਂਜੀ, ਤਾਂ ਇਹ ਸੀ ਜਿਹੜੀ ਅੱਜ ਦੀ ਆਪਾਂ ਕਲਾਸ ਕੀਤੀ ਹੈ। ਬਾਕੀ ਅਗਲੀ ਕਲਾਸ ਦੇ ਵਿੱਚ ਜਿਹੜੇ ਤੁਹਾਨੂੰ ਆਪਾਂ ਰੂਲਸ ਕਰਵਾਵਾਂਗੇ, ਜਿੱਥੇ ਤੁਹਾਨੂੰ ਦੱਸਿਆ ਜਾਏਗਾ ਕਿ ਰਿਪੋਰਟਿੰਗ ਵਰਬ ਜਾਂ ਰਿਪੋਰਟਿੰਗ ਸਪੀਚ ਦੇ ਵਿੱਚ ਚੇਂਜਸ ਆ ਜਿਹੜੇ ਤੁਹਾਡੇ ਕਿਵੇਂ ਹੁੰਦੇ ਆ, ਕਿਵੇਂ ਤੁਸੀਂ ਇਹਨਾਂ ਦਾ ਯੂਜ਼ ਕਰਦੇ ਹੋ। ਤਾਂ ਤੁਸੀਂ ਇਹ ਜਿਹੜਾ ਅੱਜ ਦੀ ਕਲਾਸ ਦਾ ਟੌਪਿਕ ਜ਼ਰੂਰ ਕਰੋਗੇ, ਜੋ ਕਿ ਤੁਹਾਨੂੰ ਕਰਵਾਇਆ ਗਿਆ। ਇੱਕ ਵਾਰ ਇਹਨਾਂ ਦਾ ਦੇਖ ਲਓ, ਬਿਲਕੁਲ ਇਸ ਲੈ ਲੈਣੇ ਆਪਾਂ ਜੋ ਵੀ ਅੱਜ ਦੀ ਕਲਾਸ ਕੀਤਾ ਹੈ। ਬਹੁਤ ਹੀ ਛੋਟੀ ਜਿਹੀ ਕਲਾਸ ਆਪਾਂ ਇਹਦੀ ਰੱਖੀ ਹੈ, ਬਿਕੋਜ਼ ਇੱਥੇ ਤੁਹਾਨੂੰ ਸਿੰਪਲ ਡੈਫੀਨੇਸ਼ਨ ਪਲੱਸ ਇਹਦੀਆਂ ਟਾਈਪਸ ਤੇ ਡਾਇਰੈਕਟ ਇੰਡਾਇਰੈਕਟ ਨਰੇਸ਼ਨ ਹੁੰਦਾ ਕੀ ਹੈ, ਕਿਵੇਂ ਤੁਸੀਂ ਚੇਂਜ ਕਰਨਾ ਹੈ, ਇੰਨੀ ਕੁ ਚੀਜ਼ਾਂ ਜਿਹੜੀਆਂ ਆਪਾਂ ਕਰਵਾਈ ਹੈ। ਅਗਲੀ ਕਲਾਸਾਂ ਦੇ ਵਿੱਚ ਜਿਹੜਾ ਤੁਹਾਡੇ ਰੂਲਸ ਹੋਣਗੇ, ਆਪਾਂ ਕਿਵੇਂ ਆ ਜਿਹੜਾ ਡਾਇਰੈਕਟ ਟੂ ਇੰਡਾਇਰੈਕਟ ਸਪੀਚ ਬਣਾਉਣੀ ਹੈ, ਉਹ ਚੀਜ਼ਾਂ ਜਿਹੜੀ ਆਪਾਂ ਅਗਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਹਾਂਜੀ, ਤਾਂ ਅੱਜ ਦੀ ਕਲਾਸ ਦੇ ਵਿੱਚ ਜੋ ਡਿਸਕਸ ਕੀਤਾ, ਸਭ ਤੋਂ ਪਹਿਲਾਂ ਆਪਾਂ ਦੇਖੀ ਡੈਫੀਨੇਸ਼ਨ, ਨਰੇਸ਼ਨ ਹੁੰਦਾ ਕੀ ਹੈ। ਸੋ ਨਰੇਸ਼ਨ refers to the act or process of telling a story or recounting events, often though ਸਪੋਕਨ ਔਰ ਰਿਟਨ ਲੈਂਗੁਏਜ। ਤਾਂ ਕਹਿੰਦੇ ਜਿਹੜੇ ਨਰੇਸ਼ਨ ਹੁੰਦਾ ਉਹ ਕੀ ਹੁੰਦਾ, ਐਕਟ ਹੁੰਦਾ, ਪ੍ਰੋਸੈਸ ਹੁੰਦਾ ਸਟੋਰੀ ਨੂੰ ਦੱਸਣ ਦਾ, ਜਿਹੜਾ ਕਿ ਆਪਣੇ ਕੋਲੇ ਜਾਂ ਤਾਂ ਰਿਟਨ ਦੇ ਵਿੱਚ ਮਿਲ ਸਕਦਾ ਆਪਾਂ ਨੂੰ, ਜਾਂ ਫਿਰ ਆਪਣਾ ਸਪੋਕਨ ਦੇ ਵਿੱਚ ਵੀ ਹੈ ਜਿਹੜਾ ਹੋ ਸਕਦਾ ਹੈ। ਤਾਂ ਸਿੰਪਲ ਜੀ ਡੈਫੀਨੇਸ਼ਨ ਆਪਣੇ ਕੋਲੇ ਡਿਸਕ੍ਰਿਪਸ਼ਨ ਆਫ ਇਵੈਂਟਸ ਜਿਹੜਾ ਆਪਣੇ ਕੋਲੇ ਨਰੇਸ਼ਨ ਹੁੰਦਾ ਹੈ। ਟੂ ਨਰੇਟ ਦਾ ਮੀਨਿੰਗ ਹੁੰਦਾ ਹੈ ਇਵੈਂਟਸ ਨੂੰ ਡਿਸਕ੍ਰਾਈਬ ਕਰਨਾ। ਨਰੇਟਰ ਕੌਣ ਹੁੰਦਾ ਹੈ, ਜਿਹੜਾ ਕਿ ਇਵੈਂਟਸ ਨੂੰ ਡਿਸਕ੍ਰਾਈਬ ਕਰਦਾ ਹੈ। ਸੋ ਨਰੇਟਰ ਹੁੰਦਾ ਹੈ ਵਨ ਹੂ ਡਿਸਕ੍ਰਾਈਬ ਇਵੈਂਟਸ। ਸੋ ਟੂ ਟਾਈਪਸ ਆਪਣੀਆਂ ਜਿਹੜੇ ਕੋਲੇ ਆਪਣੇ ਕੋਲੇ ਆ ਜਾਂਦੀਆਂ ਨੇ ਨਰੇਸ਼ਨ ਦੀਆਂ, ਵਨ ਇਜ਼ ਡਾਇਰੈਕਟ ਨਰੇਸ਼ਨ ਐਂਡ ਦਾ ਸੈਕੰਡ ਆਪਣੇ ਕੋਲ ਆ ਜਾਂਦਾ ਇਨਡਾਇਰੈਕਟ। ਡਾਇਰੈਕਟ ਸਪੀਚ ਐਂਡ ਇਨਡਾਇਰੈਕਟ ਸਪੀਚ ਦੋ ਟਾਈਪਸ ਨੇ ਨਰੇਸ਼ਨ ਦੀਆਂ। ਸੋ ਇਹ ਦੇਖੋ ਡਾਇਰੈਕਟ ਸਪੀਚ ਹੁੰਦੀ ਹੈ ਜਦੋਂ ਤੁਸੀਂ ਦਿੱਤੇ ਗਏ ਵਰਡਸ ਨੂੰ ਸੇਮ ਐਜ਼ ਇਟ ਇਜ਼ ਆ ਜਿਹੜਾ ਤੁਸੀਂ ਯੂਜ਼ ਕਰ ਲੈਂਦੇ ਹੋ, ਸੋ ਤੁਹਾਡੀ ਡਾਇਰੈਕਟ ਸਪੀਚ ਹੁੰਦੀ ਹੈ। ਕੋਈ ਚੇਂਜਸ ਆ ਜਿਹੜੇ ਉਹਦੇ ਵਿੱਚ ਨਹੀਂ ਕੀਤੇ ਜਾਂਦੇ, ਜਿਵੇਂ ਸਪੀਕਰ ਨੇ ਕਿਹਾ ਸੇਮ ਤੁਸੀਂ ਜਿਹੜਾ ਉਹਨੂੰ ਯੂਜ਼ ਕਰ ਰਹੇ ਹੋ, ਉੱਥੇ ਤੁਹਾਡੇ ਕੋਲ ਡਾਇਰੈਕਟ ਸਪੀਚ ਹੋ ਜਾਏਗੀ। ਇਨਡਾਇਰੈਕਟ ਸਪੀਚ ਦੇ ਵਿੱਚ ਤੁਸੀਂ ਆਪਣੇ ਅਕੋਰਡਿੰਗ ਚੇਂਜਸ ਕਰ ਦਿੰਦੇ ਹੋ, ਜਿਵੇਂ ਉਹਨੇ ਕਿਹਾ ਹਨਾ, ਇਸਨੇ ਕਿਹਾ, ਤਾਂ ਇਸ ਤਰੀਕੇ ਨਾਲ ਤੁਹਾਡੇ ਪ੍ਰਨਾਉਨ ਚੇਂਜ ਹੁੰਦੇ ਆ, ਤਾਂ ਪ੍ਰਨਾਉਨ ਦੇ ਵਿੱਚ ਚੇਂਜ ਹੋ ਜਾਂਦੇ ਆ। ਜੇ ਰਿਪੋਰਟਡ ਵਰਬ ਤੁਹਾਡੇ ਕੋਲੇ ਪਾਸਟ ਟੈਂਸ ਚ ਆ ਜਾਏ, ਫਿਰ ਵੀ ਤੁਹਾਡੇ ਜਿਹੜੇ ਹੈਗੇ ਰਿਪੋਰਟਡ ਸਪੀਚ ਦੇ ਟੈਂਸ ਦੇ ਵਿੱਚ ਚੇਂਜਸ ਆ ਜਿਹੜੇ ਆਪਣੇ ਦੇਖਣ ਨੂੰ ਮਿਲਦੇ ਆ, ਜਿਹੜੇ ਤੁਹਾਨੂੰ ਅਗਲੀ ਕਲਾਸ ਦੇ ਵਿੱਚ ਆਪਾਂ ਰੂਲਸ ਕਰਵਾਵਾਂਗੇ, ਉੱਥੇ ਤੁਹਾਨੂੰ ਕਲੀਅਰ ਕੀਤਾ ਜਾਏਗਾ। ਹਾਂਜੀ, ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਡਾਇਰੈਕਟ ਇੰਡਾਇਰੈਕਟ ਨੂੰ ਤੁਸੀਂ ਪਛਾਣ ਕਿਵੇਂ ਕਰਨੀ ਹੈ, ਡਾਇਰੈਕਟ ਨਰੇਸ਼ਨ ਹੈ ਕਿ ਜਾਂ ਇੰਡਾਇਰੈਕਟ ਸਪੀਚ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ। ਸੋ ਡਾਇਰੈਕਟ ਦੇ ਵਿੱਚ ਤੁਹਾਡੇ ਕੋਲੇ ਜੋ ਵੀ ਸੈਂਟੈਂਸ ਹੋਏਗਾ, ਰਿਪੋਰਟਡ ਸਪੀਚ ਜਿਹੜੀ ਹੋਏਗੀ ਉਹ ਇਨਵਰਟਡ ਕੌਮਾਸ ਦੇ ਵਿੱਚ ਹੋਏਗੀ। ਬਟ ਇੰਡਾਇਰੈਕਟ ਸਪੀਚ ਦੇ ਵਿੱਚ ਤੁਹਾਡੇ ਕੋਲੇ ਕੋਈ ਇਨਵਰਟਡ ਕੌਮਾਸ ਦਾ ਟਾਈਪ ਦਾ ਜਿਹੜਾ ਕੋਲ ਸਟਰਕਚਰ ਹੈ ਦੇਖਣ ਨੂੰ ਨਹੀਂ ਮਿਲਦਾ। ਸੈਕਿੰਡ ਆਪਾਂ ਦੇਖਿਆ ਕਿ ਆਪਣੇ ਕੋਲੇ ਜਿਹੜਾ ਡਾਇਰੈਕਟ ਸਪੀਚ ਹੁੰਦਾ ਹੈ, ਉਹਦੇ ਵਿੱਚ ਦੋ ਪਾਰਟ ਹੁੰਦੇ ਆ, ਇੱਕ ਤਾਂ ਹੁੰਦਾ ਰਿਪੋਰਟਡ ਵਰਬ ਦਾ ਪਾਰਟ, ਇੱਕ ਹੁੰਦਾ ਤੁਹਾਡਾ ਰਿਪੋਰਟਡ ਸਪੀਚ ਦਾ। ਸੋ ਰਿਪੋਰਟਡ ਸਪੀਚ ਜਿਹੜੀ ਹੁੰਦੀ ਹੈ ਉਹ ਇਨਵਰਟਡ ਕੌਮਾਸ ਵਾਲਾ ਪਾਰਟ ਹੁੰਦੀ ਹੈ, ਤੇ ਜਿਹੜੀ ਰਿਪੋਰਟਡ ਵਰਬ ਹੁੰਦੀ ਹੈ ਤੁਹਾਡੀ ਉਹ ਵਿਦਆਊਟ ਇਨਵਰਟਡ ਕੌਮਾਸ ਦਾ ਜਿਹੜਾ ਪਾਰਟ ਰਹਿ ਜਾਂਦਾ ਆਪਣੇ ਕੋਲੇ ਉਹ ਹੁੰਦਾ ਹੈ। ਸੈਕਿੰਡ ਆਪਾਂ ਦੇਖਿਆ ਜੀ ਆਪਣੀ ਜਿਹੜੀ ਇਨਡਾਇਰੈਕਟ ਸਪੀਚ ਹੁੰਦੀ ਹੈ ਉਹਦੇ ਵੀ ਦੋ ਪਾਰਟ ਹੁੰਦੇ ਆ, ਇੱਕ ਮੇਨ ਕਲੌਜ਼, ਸੈਕਿੰਡ ਹੁੰਦੀ ਹੈ ਆਪਣੀ ਸਬਆਰਡੀਨੇਟਿੰਗ ਕਲੌਜ਼। ਤਾਂ ਮੇਨ ਕਲੌਜ਼ ਹੁੰਦੀ ਹੈ ਜੀ ਜਿਹੜੀ ਤੁਹਾਡੇ ਕੋਲੇ ਆਪਣਾ ਕੰਜੰਕਸ਼ਨ ਤੋਂ ਪਹਿਲਾਂ ਵਾਲਾ ਪਾਰਟ ਤੁਸੀਂ ਕਹਿ ਸਕਦੇ ਹੋ, ਤੇ ਵਿਦ ਕੰਜੰਕਸ਼ਨ ਜਿਹੜਾ ਤੁਹਾਡੇ ਕੋਲੇ ਯੂਜ਼ ਕੀਤਾ ਜਾਣ ਵਾਲਾ ਹੁੰਦਾ ਸਬਆਰਡੀਨੇਟਿੰਗ ਕਲੌਜ਼। ਸੋ ਇਹ ਤੁਹਾਡੇ ਕੋਲ ਦੋ ਪਾਰਟ ਆ ਜਾਂਦੇ ਇਨਡਾਇਰੈਕਟ ਸਪੀਚ ਦੇ। ਸੈਕਿੰਡ ਆਪਾਂ ਜਿਹੜੇ ਕੁਝ ਐਗਜ਼ਾਮਪਲਸ ਹੋਰ ਦੇਖੇ ਕਿ ਜਦੋਂ ਤੁਹਾਡੇ ਕੋਲੇ ਕੋਈ ਵੀ ਵਰਡ ਦਿੱਤਾ ਗਿਆ ਹੈ, ਤੁਸੀਂ ਅਲੱਗ ਇੱਕ ਸਲਾਈਡ ਦੇ ਉੱਤੇ ਨੋਟ ਕਰ ਸਕਦੇ ਹੋ ਕਿ ਜੇ ਤੁਹਾਡੇ ਕੋਲੇ ਦਿੱਤਾ ਗਿਆ ਸਿੰਪਲ ਸੇ ਜਾਂ ਫਿਰ ਸੇਜ਼ ਜਾਂ ਫਿਰ ਸੈਡ, ਤਾਂ ਤੁਸੀਂ ਉਹਦੇ ਵਿੱਚ ਕੋਈ ਚੇਂਜ ਨਹੀਂ ਕਰੋਗੇ। ਡਾਇਰੈਕਟ ਦੇ ਵਿੱਚ ਦਿੱਤੇ ਹੋਏ ਆ, ਇਨਡਾਇਰੈਕਟ ਦੇ ਵਿੱਚ ਵੀ ਇਹ ਐਵੇਂ ਹੀ ਬਣ ਜਾਣਗੇ, ਇਨਡਾਇਰੈਕਟ ਦੇ ਵਿੱਚ ਵੀ ਇਹ ਜਿਹੜੇ ਇਹ ਸੇਮ ਹੀ ਰਹਿ ਜਾਣਗੇ, ਕੋਈ ਚੇਂਜ ਜਿਹੜਾ ਤੁਸੀਂ ਨਹੀਂ ਕਰੋਗੇ। ਬਟ ਜੇ ਤੁਹਾਡੇ ਕੋਲੇ ਇਹਨਾਂ ਦੇ ਨਾਲ ਕੋਈ ਨਾ ਕੋਈ ਕੰਜੰਕਸ਼ਨ ਦਿੱਤਾ ਹੋਇਆ, ਫੋਰ ਐਗਜ਼ਾਮਪਲ ਜਿਵੇਂ ਸੇ ਟੂ ਹੈ, ਸੇਜ਼ ਟੂ ਹੈ, ਜਾਂ ਫਿਰ ਸੈਡ ਟੂ ਹੈ, ਤਾਂ ਇਹਨਾਂ ਦੇ ਵਿੱਚ ਜਿਹੜਾ ਤੁਹਾਡਾ ਇੰਡਾਇਰੈਕਟ ਨਰੇਸ਼ਨ ਦੇ ਵਿੱਚ ਜਦੋਂ ਤੁਸੀਂ ਇੰਡਾਇਰੈਕਟ ਸਪੀਚ ਚੇਂਜ ਕਰੋਗੇ, ਉੱਥੇ ਚੇਂਜਸ ਹੋ ਜਾਂਦੇ, ਜਿਵੇਂ ਸੇ ਟੂ ਤੁਹਾਡਾ ਬਣ ਜਾਏਗਾ ਟੈਲ, ਸੇਜ਼ ਟੂ ਤੁਹਾਡਾ ਬਣ ਜਾਏਗਾ ਟੈਲਸ, ਐਂਡ ਸੈਡ ਟੂ ਬਣ ਜਾਏਗਾ ਟੋਲ।
ਤਾਂ ਇਹ ਚੇਂਜਸ ਆ ਜਿਹੜੇ ਤੁਸੀਂ ਧਿਆਨ 'ਚ ਨੋਟ ਕਰੋਗੇ। ਬਾਕੀ ਜੋ ਅਗਲੀ ਕਲਾਸ ਹੋਏਗੀ ਉਹਦੇ ਤੁਹਾਨੂੰ ਰੂਲਸ ਕਰਵਾਏ ਜਾਣਗੇ। ਆਈ ਹੋਪ ਤੁਹਾਨੂੰ ਅੱਜ ਦੀ ਕਲਾਸ ਹੈ ਜਿਹੜੀ ਵਧੀਆ ਸਮਝ ਆ ਗਈ ਹੋਏਗੀ। ਨੈਕਸਟ ਕਲਾਸ ਦੇ ਵਿੱਚ ਅੱਗੇ ਜਿਹੜੇ ਰੂਲਸ ਕਰਵਾਏ ਜਾਣਗੇ ਉਹਨਾਂ ਨੂੰ ਨੋਟ ਜ਼ਰੂਰ ਕਰਨਾ ਬਿਕॉज़ ਆਪਣਾ ਜਿਹੜਾ ਆ ਰਹੇ ਆ ਇਸ ਤੋਂ ਬਾਅਦ ਤੁਹਾਡਾ ਗ੍ਰਾਮਰ ਪੋਰਸ਼ਨ ਕੰਪਲੀਟ ਹੋ ਜਾਏਗਾ। ਸਿੰਪਲ ਤੁਹਾਡਾ ਜੋ ਵੀ ਪੋਰਸ਼ਨ ਰਹਿ ਜਾਏਗਾ ਕੋਈ ਕੰਮ ਨਾ ਕੋਲੇ ਤੁਹਾਡੀ ਰਿਵੀਜ਼ਨ ਜੋ ਤੁਸੀਂ ਆਪਣੇ ਆਪ ਕਰਨੀ ਹੈ। ਹਾਂਜੀ ਤਾਂ ਅੱਜ ਦੀ ਜਿਹੜੀ ਕਲਾਸ ਕਰਦੇ ਆਪਾਂ ਇੱਥੇ ਓਵਰ ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ ਜ਼ਰੂਰ ਤੇ ਡਿਸਕਸ ਕਰਾਂਗੇ ਨਰੇਸ਼ਨ ਦੇ। ਥੈਂਕ ਯੂ।